गुरु रूप प्यारे साध संगत जे सज जाओ। प्रेम नाल अमृतमय गुरबाणी दी लड़ीवार कथा अते संकरात दी कथा सरवण करो जी। सतनाम श्री वाहिगुरु साहिब जी। एक ओंकार सतनाम करता पुरखो निरभव निर्वैरु अकाल मूरत अजूनी सैभं गुर प्रसाद जप आदि साचु जुगाद साचु है ई साचु नानक होसी पी साचु। चक्र चिहन अर बरन जाते अर पाते नहिन जिह रूप रंग अर रेख पेख को कह न सकत किह। अचल मूरत अनपहो प्रकाश अमितो जग कोटे इंद्र इंद्राणे साहि साहाणे गणिज। त्रिभुवन महीप सुर नर असुर नेत नेत बन तृण कहत। त्वै सर्ब नाम कथ कवन कर्म नाम बरनत सुमत। शत्र तारी क्षत्रिपत शैल रूप शेतनाथ। छावनी कर छाया बार क्षत्रिपत गाइया। बेसनाथ विश्वम्पर वेदनाथ बाला कर। बाजीगार बान धारी बंधन बताइया। न्योली कर्म दूधा धारी विद्या धर ब्रह्मचारी। ध्यान को लगावै नैक ध्यान हूँ ना पाइय। राजन के राजा महाराजन के महाराजा। ऐसो राज छोड़े और दूजा कौन ध्याइया। मेल लय हो दयाल टह पै द्वारिया। रख लेवा हो दीन दयाल प्रमत बहो हारिया। भगत वशल तेरा बिरद हरि पतत उदारिया। तुझ बिन नाही कोई बिनो मोहि सारिया।
ਕਰ ਗਹਿ ਲੇਹੁ ਦਇਆਲ ਸਾਗਰ ਸੰਸਾਰਿਆ। ਕਹਾ ਬੁੱਧ ਪ੍ਰਭ ਤੋਸ਼ ਹਮਾਰੀ ਬਰਨ ਸਕਾ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਸੁਨ ਪ੍ਰੇਮ ਉਮਾਹੜਾ ਕਿਉ ਮਿਲਿਐ ਹਰ ਜਾਏ। ਦਰਸ਼ਨ ਪਿਆਸ ਮਨ ਤਨ ਪਿਆਸ ਦਰਸ਼ਨ ਘਣੀ। ਕੋਈ ਆਣ ਮਿਲਾਵੈ ਮਾਏ। ਅਸੁਨ ਪ੍ਰੇਮ ਉਮਾਹੜਾ ਕਿਉ ਮਿਲਿਐ ਹਰ ਜਾਏ। ਮਨ ਤਨ ਪਿਆਸ ਦਰਸ਼ਨ ਘਣੀ। ਕੋਈ ਆਣ ਮਿਲਾਵੈ ਮਾਏ। ਸੰਤ ਸਹਾਈ ਪ੍ਰੇਮ ਕੇ ਹਾਂ ਤਿਨ ਕੈ ਲਾਗਾ ਪਾਏ। ਵਿਣ ਪ੍ਰਭ ਕਿਉ ਸੁਖ ਪਾਈਐ। ਦੂਜੀ ਨਾਹੀ ਜਾਏ। ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਘਾਏ। ਆਪ ਤਿਆਗ ਬਿਨਤੀ ਕਰਹਿ ਲੈਹੁ ਪ੍ਰਭੂ ਲੜ ਲਾਏ। ਜੋ ਹਰ ਕਾਂਤ ਮਿਲਾਇਆ ਸੇ ਵਿਛੁੜ ਕਤਹਿ ਨਾ ਜਾਏ। ਪ੍ਰਭ ਬਿਨ ਦੂਜਾ ਕੋ ਨਹੀਂ। ਨਾਨਕ ਹਰ ਸਰਣਾਏ। ਅਸੂ ਸੁਖੀ ਵਸੰਦਿਆ ਜਿਨਾ ਮਇਆ ਹਰ ਰਾਏ। ਪ੍ਰਭ ਬਿਨ ਦੂਜਾ ਕੋ ਨਹੀਂ। ਨਾਨਕ ਹਰ ਸਰਣਾਏ। ਅਸੂ ਸੁਖੀ ਵਸੰਦਿਆ ਜਿਨਾ ਮਇਆ ਹਰ ਰਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ ਪਰਮ ਪਿਤਾ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਕਲਗੀਧਰ ਦਸ਼ਮੇਸ਼ ਪਿਤਾ ਨੀਲੇ ਦੇ ਸ਼ਾਹ ਅਸਵਾਰ ਸ਼ਮਸ਼ੇਰ ਬਹਾਦਰ ਚੋਜੀ ਪ੍ਰੀਤਮ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਰਬਤ ਜੀਵਾਂ ਦੇ ਉੱਪਰ ਬੇਅੰਤ ਦਇਆਲਤਾ ਕਿਰਪਾਲਤਾ ਰਹਿਮਤ ਕਰਕੇ ਆਪਣੇ ਪਾਵਨ ਸਤਜੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ
ਗੁਰਤਾ ਗੱਦੀ ਤੇ ਸੁਭਾਇਮਾਨ, ਦਸਾਂ ਪਾਤਸ਼ਾਹੀਆਂ ਜੀ ਦੀ ਪਾਵਨ ਆਤਮਿਕ ਜੋਤ। ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਮੁਕੱਦਸ ਸਤ ਸੰਗਤ ਰੂਪੀ ਗੋਦ ਦੀਆਂ ਹਾਜ਼ਰੀਆਂ ਸਭਨਾਂ ਨੂੰ ਬਖਸ਼ ਕਰਕੇ ਨਿਹਾਲ ਕਿਰਤਾਰਥ ਕਰ ਰਹੇ ਨੇ। ਵਡਭਾਗੀ ਜਨਾਂ ਨੇ, ਗੁਰਮੁਖ ਪਿਆਰਿਆਂ ਨੇ, ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਨੇ, ਸਰਬਤ ਮਾਈ ਭਾਈ ਨੇ। ਸਤਿਗੁਰਾਂ ਦੇ ਪਾਵਨ ਦਰਬਾਰ ਵਿਖੇ ਆਪਣੇ ਨੇਮ ਅਨੁਸਾਰ ਅਤੇ ਅਸੂ ਦੇ ਮਹੀਨੇ ਦੀ ਸੰਗਰਾਂਦ ਦਾ ਸੁਭਾਗ ਸਮਾਂ ਜਾਣਦਿਆਂ ਹੋਇਆਂ ਗੁਰ ਚਰਨਾਂ ਵਿਖੇ ਹਾਜ਼ਰੀਆਂ ਲਗਵਾ ਕਰਕੇ ਪਾਵਨ ਅੰਮ੍ਰਿਤਮਈ ਗੁਰਬਾਣੀ ਨੂੰ ਪੜ੍ਹ, ਸਰਵਣ ਅਤੇ ਗਾਇਨ ਕਰਕੇ ਆਤਮਿਕ ਆਨੰਦ ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਦੇ ਚਰਨਾਂ ਚੋਂ ਪ੍ਰਾਪਤ ਕਰਕੇ ਲਾਹੇ ਪ੍ਰਾਪਤ ਕਰਨਾ ਕੀਤੇ ਨੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਜੋ ਸਾਹਿਬ ਜੀ ਅਸੂ ਦੇ ਮਹੀਨੇ ਦੁਆਰਾ ਪਾਵਨ ਫਰਮਾਨ ਕਰਦੇ ਨੇ ਤੇ ਲੜੀਵਾਰ ਕਥਾ ਵਿਚਾਰ ਦੁਆਰਾ ਗੁਰਚਰਨਾਂ ਵਿਖੇ ਹਾਜ਼ਰੀਆਂ ਭਰੀਏ। ਸਾਧ ਸੰਗਤ ਜੀ, ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪਣੀ ਮੁਬਾਰਕ ਗੁਰਬਾਣੀ ਦੇ ਅੰਦਰ ਸਾਲ ਅਥਵਾ ਸੰਮਤ ਲਿਖੇ ਨੇ ਨਾ, ਉਹ ਸੰਮਤ ਬਿਕਰਮੀ ਵਾਲੇ ਲਿਖੇ ਨੇ। ਸੰਮਤ 17 ਸਹਿਸ 55 ਹਾੜ ਬਦੀ ਪ੍ਰਥਮ ਸੁਖ ਦਾਵਨ, ਤੈ ਪ੍ਰਸਾਦ ਕਰ ਗ੍ਰੰਥ ਸੁਧਾਰਾ, ਭੂਲ ਪਰੀ ਲਾਹੋ ਲੇਹ ਸੁਧਾਰਾ। ਇਸ ਪ੍ਰਕਾਰ ਜਿੱਥੇ ਜਿੱਥੇ ਵੀ ਸੰਨ ਅਤੇ ਮਹੀਨਿਆਂ ਦੀ ਬਾਤ ਆਈ ਹੈ, ਸਤਿਗੁਰੂ ਜੀ ਨੇ ਜਿਹੜਾ ਸੰਮਤ ਬਿਕਰਮੀ ਵਾਲੇ ਸਾਲ ਲਿਖੇ ਨੇ, ਕਿਉਂਕਿ ਜਿਹੜਾ ਸੰਨ ਈਸਵੀ ਹੈ ਨਾ, ਇਹ ਭਾਰਤ ਵਰਸ਼ ਦੇ ਵਿੱਚ ਬਾਅਦ ਵਿੱਚ ਆਇਆ ਜਦੋਂ ਅੰਗਰੇਜ਼ ਆਏ ਨੇ। ਈਸਾ ਤੋਂ ਈਸਵੀ ਸ਼ੁਰੂ ਹੋਈ ਏ, ਤੇ ਜਦੋਂ ਈਸਾ ਜੀ ਨੂੰ ਮੰਨਣ ਵਾਲੇ ਭਾਵ ਈਸਾਈ ਭਾਰਤ ਵਰਸ਼ ਵਿੱਚ ਆਏ, ਅੰਗਰੇਜ਼ ਈਸਾਈ ਹੁੰਦੇ ਨੇ ਨਾ, ਜਦੋਂ ਈਸਾਈਆਂ ਨੇ ਆ ਕਰਕੇ ਆਪਣਾ ਰਾਜ ਸਥਾਪਿਤ ਕੀਤਾ ਤੇ ਆਪਣਾ ਕੈਲੰਡਰ ਆਪਣੀਆਂ ਤਰੀਕਾਂ ਦੇ ਹਿਸਾਬ ਦੇ ਨਾਲ ਹੀ ਉਹਨਾਂ ਨੇ ਰਾਜ ਕਰਨਾ ਸੀ। ਜਦੋਂ ਸਰਕਾਰੀ ਕੰਮਕਾਜ ਸਾਰੇ ਸਨ ਈਸਵੀ ਦੇ ਹਿਸਾਬ ਦੇ ਨਾਲ ਹੋਣ ਲੱਗੇ ਤੇ ਫਿਰ ਭਾਰਤ ਵਰਸ਼ ਦੇ ਅੰਦਰ ਵੀ ਸਨ ਈਸਵੀ ਪ੍ਰਚਲਿਤ ਹੋ ਗਿਆ। ਪਰ ਗੁਰੂ ਕਾਲ ਜੀ ਦੇ ਸਮੇਂ, ਸਤਿਗੁਰੂ ਜੀ ਦੇ ਸਮੇਂ ਤੇ ਉਸ ਤੋਂ ਪਹਿਲਾਂ ਭਾਰਤ ਵਰਸ਼ ਦੇ ਵਿੱਚ ਈਸਵੀ ਸਨ ਨਹੀਂ ਸੀ ਤੇ ਸੰਮਤ ਬਿਕਰਮੀ ਚੱਲਿਆ ਕਰਦਾ ਸੀ। ਮੌਜੂਦਾ ਸਮੇਂ ਦੇ ਅੰਦਰ ਜੋ ਸੰਮਤ ਬਿਕਰਮੀ ਸਾਲ ਉਹ 2077 ਚੱਲ ਰਿਹਾ ਹੈ ਤੇ ਚੇਤ, ਵੈਸਾਖ, ਜੇਠ, ਹਾੜ, ਸਾਵਣ, ਭਾਦਰੋਂ 6 ਮਹੀਨੇ ਲੰਘ ਚੁੱਕੇ ਨੇ ਤੇ ਅੱਜ 7ਵਾਂ ਮਹੀਨਾ ਅਸੂ ਦੇ ਮਹੀਨੇ ਦੀ ਪ੍ਰਾਰੰਭਤਾ ਹੋਵੇਗੀ, ਅਥਵਾ ਅੰਮ੍ਰਿਤ ਵੇਲੇ ਤੋਂ ਰਾਤਰੀ ਦੇ 12 ਵਜੇ ਤੋਂ ਬਾਅਦ ਤੋਂ ਲੈ ਕਰਕੇ ਅਸੂ ਦੇ ਮਹੀਨੇ ਦੀ ਪ੍ਰਾਰੰਭਤਾ ਹੋ ਚੁੱਕੀ ਹੈ। ਜਿਸ ਪ੍ਰਕਾਰ 12 ਮਹੀਨੇ ਨੇ, 6 ਇਹਨਾਂ ਦੀਆਂ ਰੁੱਤਾਂ ਨੇ। ਚੇਤ ਅਤੇ ਵੈਸਾਖ ਮਹੀਨੇ ਦੀ ਜਿਹੜੀ ਹੈ ਸਾਧ ਸੰਗਤ ਦੀ ਬਸੰਤ ਰੁੱਤ ਮੰਨੀ ਜਾਂਦੀ ਹੈ। ਜੇਠ ਅਤੇ ਹਾੜ ਦੀ ਜੋ ਕਿ ਗ੍ਰੀਕ ਗਰਮੀ ਦੀ ਰੁੱਤ ਹੈ, ਜੋ ਕਿ ਗ੍ਰੀਕ ਸਾਵਣ ਅਤੇ ਭਾਦਰੋਂ ਜੋ ਕਾਲਵਸ ਬਰਸਾਤ ਦੀ ਰੁੱਤ ਹੋਇਆ ਕਰਦੀ ਹੈ। ਅਸੂ ਤੇ ਕੱਤਕ ਜੋ ਚੌਥੀ ਰੁੱਤ ਅੱਜ ਸ਼ੁਰੂ ਹੋਈ ਹੈ, ਇਹ ਸਰਦੀ ਦੀ ਰੁੱਤ ਹੈ, ਕਿਉਂਕਿ ਇੰਨੀ ਦਿਨੀ ਗਰਮੀ ਘਟ ਚੁੱਕੀ ਹੈ ਤੇ ਸਰਦੀ ਪ੍ਰਾਰੰਭ ਹੋ ਚੁੱਕੀ ਹੈ। ਪੰਜਾਬ ਦੇ ਵਿੱਚ ਧੁੰਦਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ। ਯੂਪੀ ਇਤਿਆਦਿਕ ਦੇ ਵਿੱਚ ਵੀ ਤਾਪਮਾਨ ਘਟ ਚੁੱਕਿਆ ਹੈ। ਠੰਡ ਪਹਿਲਾਂ ਦੇ ਨਾਲੋਂ, ਜਿਹੜੇ ਤਾਪਮਾਨ ਘਟਨੇ ਦੇ ਨਾਲ ਠੰਡ ਹੁਣ ਜ਼ਿਆਦਾ ਲੱਗਦੀ ਹੈ। ਇਸ ਪ੍ਰਕਾਰ ਅਸੂ ਅਤੇ ਕੱਤਕ 2 ਮਹੀਨੇ ਠੰਡ ਦੇ ਨੇ, ਇਸ ਨੂੰ ਸਰਦ ਰੁੱਤ ਕਿਹਾ ਜਾਂਦਾ ਹੈ। ਤੇ ਮੱਘਰ ਪੋ ਹਿਮ ਰੁੱਤ ਹੈ, ਜਦੋਂ ਬਰਫ਼ ਪੈਂਦੀ ਏ, ਕੋਹਰੇ ਪੈਂਦੇ ਨੇ, ਠੰਡੀਆਂ ਹਵਾਵਾਂ ਚੱਲਦੀਆਂ ਨੇ, ਠੱਕੇ ਚੱਲਦੇ ਨੇ, ਧੁੰਦਾਂ ਬਹੁਤ ਗਾੜੀਆਂ ਪੈਂਦੀਆਂ ਨੇ, ਇਹ ਹਿਮ ਰੁੱਤ ਹੈ। ਇਸੇ ਪ੍ਰਕਾਰ ਮਾਘ ਅਤੇ ਫੱਗਣ ਜੋ 6ਵੀਂ ਰੁੱਤ ਹੈ, ਇਹ ਸਿਸਰ ਰੁੱਤ, ਪਤਝੜ ਦੀ ਰੁੱਤ ਮੰਨੀ ਜਾਂਦੀ ਹੈ। ਤੇ ਸਾਧ ਸੰਗਤ ਜੀ, ਅੱਜ ਦੇ ਦਿਨ ਤੋਂ ਜੋ ਕਿ ਅਸੂ ਦੇ ਮਹੀਨੇ ਦੀ ਸੰਗਰਾਂਦ ਦੀ ਪ੍ਰਾਰੰਭਤਾ ਦੇ ਨਾਲ ਸਰਦ ਰੁੱਤ ਦੀ ਪ੍ਰਾਰੰਭਤਾ ਹੋਈ ਹੈ ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੀਰਜ ਧਾਰੀ ਪਰ ਉਪਕਾਰੀ ਜੀ ਜੋ ਪਾਵਨ ਉਪਦੇਸ਼ ਅਸੂ ਦੇ ਮਹੀਨੇ ਦੁਆਰਾ ਸੰਗਰਾਂਦ ਦੇ ਅਵਸਰ ਤੇ ਬਖਸ਼ਣਾ ਕਰਦੇ ਨੇ, ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਸ਼ਰਵਣ ਕਰਕੇ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਦੇ ਲਾਹੇ ਪ੍ਰਾਪਤ ਕਰਨਾ ਕਰੀਏ ਜੀ। ਸਹਿਤ ਪਿਆਰੇ ਦੇ ਸਤਿਗੁਰਾਂ ਦੇ ਚਰਨਾਂ ਵਿਖੇ ਸਿਮਰਨ ਹਾਜ਼ਰੀਆਂ ਲਗਵਾਉਂਦਿਆਂ ਹੋਇਆਂ ਅਦਬ ਦੇ ਨਾਲ ਉਚਾਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਸੁਨ ਪ੍ਰੇਮ ਉਮਾਹੜਾ ਕਿਉ ਮਿਲਿਐ ਹਰ ਜਾਏ। ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਗੁਰਸਿੱਖਾਂ ਦੀ ਬੇਨਤੀ ਕਰਨੇ ਤੇ ਇਹ 12 ਮਾਝ ਰਾਗ ਦੇ ਅੰਦਰ ਗੁਰਬਾਣੀ ਉਚਾਰਨਾ ਕੀਤੀ ਏ। ਤੇ ਇੱਕ ਮਹੀਨੇ ਦੇ ਨਾਮ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜੋੜਨ ਵਾਸਤੇ ਸਰਬਤ ਲੋਕਾਈ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕਰਨਾ ਕੀਤਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰ ਚਰਨ ਸਰਨ ਕਹਿ। ਭਾਈ ਵੱਡੇ ਭਾਰੀ ਲੰਬੇ ਸਮੇਂ ਤੋਂ ਬਾਅਦ ਤੈਨੂੰ ਮਨੁੱਖਾ ਸਰੀਰ ਦੀ ਪ੍ਰਾਪਤੀ ਹੋਈ ਏ, ਪਰ ਮਨੁੱਖਾ ਸਰੀਰ ਦੀ ਸਫਲਤਾ ਹੋਵੇਗੀ ਜਦੋਂ ਸਤਿਗੁਰੂ ਜੀ ਦੇ ਮੁਬਾਰਕ ਚਰਨਾਂ ਦੀ ਸ਼ਰਨ ਨੂੰ ਗ੍ਰਹਿਣ ਕਰੇਗਾ, ਚਰਨਾਂ ਦੇ ਵਿੱਚ ਰਹਿ ਕਰਕੇ ਸਦਾ ਸਿਮਰਨ ਕਰਨਾ ਕਰੇਗਾ, ਜਪਣਾ ਕਰੇਗਾ ਸਤਨਾਮ ਸ੍ਰੀ ਵਾਹਿਗੁਰੂ। ਤੇ ਹਜ਼ੂਰ ਜੀ ਵੀ ਫਰਮਾਵਣਾ ਕਰਦੇ ਨੇ, ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਭਾਈ ਵਾਹਿਗੁਰੂ ਜੀ ਦੇ ਨਾਲ ਮਿਲਣ ਦੀ, ਮਿਲਾਪ ਕਰਨੇ ਦੀ ਤੇਰੀ ਵਾਰੀ ਹੈ, ਤੇਰਾ ਸਮਾਂ ਹੈ। ਤੇ ਸਾਧ ਸੰਗਤ ਜੀ, ਜਿਹੜਾ ਮਨੁੱਖਾ ਜਨਮ ਦੀ ਵਾਰੀ ਹੈ ਨਾ, ਇਹ ਬ੍ਰਹਮ ਗਿਆਨ ਪ੍ਰਾਪਤ ਕਰਨੇ ਦਾ ਮੁਬਾਰਕ ਸਮਾਂ ਹੈ। ਹਜ਼ੂਰ ਫਰਮਾਉਂਦੇ ਨੇ ਨਾ, ਇਹੋ ਸੰਸਾਰ ਬੇਕਾਰ ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ। ਸਾਰਾ ਜਿਹੜਾ ਸੰਸਾਰ ਹੈ ਵਿਕਾਰਾਂ ਅਤੇ ਸੰਸਿਆਂ ਦੇ ਸਾਗਰ ਦੇ ਵਿੱਚ ਡੁੱਬਦਾ ਜਾ ਰਿਹਾ ਹੈ, ਤੇ ਜਿਹੜੇ ਬ੍ਰਹਮ ਗਿਆਨੀ ਨੇ ਉਹ ਭਵ ਸਾਗਰ ਤੋਂ ਤਰ ਜਾਂਦੇ ਨੇ। ਉਹ ਤਾਰੂ ਮਲਾਹ ਨੇ, ਜਿੱਥੇ ਆਪ ਤਰਦੇ ਨੇ, ਨਾਮ ਜਪਾ ਕਰਕੇ ਸੰਤ ਜਪਾਵੈ ਨਾਮ, ਨਾਮ ਰੂਪੀ ਜਹਾਜ਼ ਤੇ ਚਾੜ ਕਰਕੇ ਬੇਅੰਤ ਪ੍ਰਾਣੀਆਂ ਦਾ ਵੀ ਪਾਰ ਉਤਾਰਾ ਕਰ ਦਿੰਦੇ ਨੇ। ਜਨਮ ਮਰਨ ਦੋਹੂ ਮਹਿ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਏ, ਨ ਹਰਸਿਓ ਲੈਨ ਮਿਲਾਏ। ਹੁਣ ਜੋ ਪ੍ਰਮਾਤਮਾ ਜੀ ਦੀ ਪ੍ਰਾਪਤੀ ਦਾ ਸਾਧਨ ਉਹ ਕੇਵਲ ਤਾਂ ਕੇਵਲ ਨਾਮ ਹੈ, ਵਾਹਿਗੁਰੂ ਜੀ ਦੀ ਬੰਦਗੀ ਹੈ। ਤੇ ਜਪਣਾ ਕਿਵੇਂ ਹੈ ਜੀ? ਪਿਆਰ ਦੇ ਨਾਲ। ਭਗਤ ਨਵੈ ਪ੍ਰਕਾਰਾ, ਜੋ 9 ਪ੍ਰਕਾਰ ਦੀ ਭਗਤੀ ਹੈ, ਸਰਵਣ ਸਿਮਰਨ ਕੀਰਤਨ ਪਾਦ ਸੇਵ ਅਰਚਾਨ, ਦਾਸ ਸਖਾਪਨ ਬੰਦਨਾ ਸਰਬ ਨਿਵੇਦਨ ਜਾਨ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਵਦਾ ਜਿਹੜੀ ਭਗਤੀ ਤਿਸ ਦਾ ਕਥਨ ਕਰਨਾ ਕੀਤਾ ਹੈ। ਤੇ ਸਾਧ ਸੰਗਤ ਜੀ, ਕਲਗੀਧਰ ਸਾਹਿਬ ਜੀ ਦੇ ਬਚਨਾਂ ਦੇ ਅਨੁਸਾਰ ਸਿੱਖੀ ਵੀ 5 ਪ੍ਰਕਾਰ ਦੀ। ਸੋ ਇਸੇ ਪ੍ਰਕਾਰ ਦੇਖਾ ਦੇਖੀ ਦੀ ਸਿੱਖੀ, ਧੰਦੇ ਦੀ ਸਿੱਖੀ, ਹਿਰਸ ਦੀ ਸਿੱਖੀ, ਪਰ ਪ੍ਰਵਾਨ ਕਿਹੜੀਆਂ ਨੇ? ਪਿਆਰ ਦੀ ਸਿੱਖੀ ਤੇ ਸਿਦਕ ਦੀ ਸਿੱਖੀ। ਤੇ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਕਥਨ ਵੀ ਕਰਨਾ ਕੀਤਾ ਨਾ, ਸਾਚ ਕਹੋ ਸੁਨ ਲੇਹੁ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਰਮਾਤਮਾ ਜੀ ਦੇ ਸਵਰੂਪ ਰੂਪ ਦੇ ਅੰਦਰ ਅਭੇਦਤਾ ਉਸਨੇ ਪ੍ਰਾਪਤ ਕੀਤੀ ਹੈ ਜਿਸ ਨੇ ਵਾਹਿਗੁਰੂ ਜੀ ਦੇ ਨਾਲ ਪ੍ਰੇਮ ਕਰਨਾ ਕੀਤਾ ਹੈ, ਪਿਆਰ ਕਰਨਾ ਕੀਤਾ ਹੈ। ਸਾਧ ਸੰਗਤ ਜੀ, ਖਿਮਾ ਕਰਨਾ, ਕੋਈ ਹੋਰ ਜਪ ਤਪ ਸਾਧਨ ਨਾ ਕਰੇ ਤੇ ਉਹ ਤਰ ਜਾਵੇਗਾ। ਜੇ ਨਾਮ ਦਾ ਸਿਮਰਨ ਕਰਦਾ ਹੈ, ਸਹਿਤ ਪ੍ਰੇਮ ਦੇ ਨਾਮ ਦਾ ਉਚਾਰਨ ਕਰਦਾ ਹੈ, ਕੋਈ ਜਲ ਧਾਰੇ ਨਾ ਕਰੇ ਤਰ ਜਾਵੇਗਾ। ਤੀਰਥ ਯਾਤਰਾ ਵੀ ਨਾ ਕਰੇ, ਉਸ ਦਾ ਵੀ ਪਾਰ ਉਤਾਰਾ ਹੋ ਜਾਵੇਗਾ। ਦਾਨ ਵੀ ਜੇਕਰ ਨਾ ਕਰੇ, ਪਾਰ ਉਤਾਰਾ ਤਾਂ ਵੀ ਹੋ ਜਾਵੇਗਾ। ਪਰ ਜਿਹੜਾ ਭਗਤੀ ਨਹੀਂ ਕਰਦਾ, ਉਸ ਦਾ ਪਾਰ ਉਤਾਰਾ ਨਹੀਂ ਹੁੰਦਾ। ਤੇ ਨਵਦਾ ਭਗਤੀ ਸਤਿਗੁਰੂ ਜੀ ਨੇ ਕਥਨ ਕਰਨਾ ਕੀਤੀ ਏ, ਤੇ ਸਰਬ ਸ੍ਰੇਸ਼ਟ ਹੈ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਪਿਆਰ ਕਰਕੇ ਪਿਆਰ ਦੇ ਸਹਿਤ ਭਗਤੀ ਕਰਨੀ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਸੂ ਦੇ ਮਹੀਨੇ ਦੁਆਰਾ ਪਾਵਨ ਉਪਦੇਸ਼ ਬਖਸ਼ਣਾ ਕਰਦੇ ਨੇ। ਜੋ ਸਾਧ ਸੰਗਤ ਜੀ ਅੱਜ ਮਹੀਨਾ ਪ੍ਰਾਰੰਭ ਹੋਇਆ ਨਾ, ਅਸੁਨ ਪ੍ਰੇਮ ਉਮਾਹੜਾ, ਅੱਸੂ ਦੇ ਮਹੀਨੇ ਦੁਆਰਾ ਕਥਨ ਕਰਦੇ ਨੇ, ਜਿਹੜੇ ਸਰਬ ਸ੍ਰੇਸ਼ਟ ਉਤਰਕ੍ਰਿਸ਼ਟ ਜਗਿਆਸੂ ਨੇ ਨਾ, ਜਗਿਆਸਾ ਹੈ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਵਾਹਿਗੁਰੂ ਜੀ ਨੂੰ ਪ੍ਰਾਪਤ ਕਰਨੇ ਦੀ, ਬ੍ਰਹਮ ਗਿਆਨ ਨੂੰ ਪਾ ਲੈਣੇ ਦੀ। ਹਿਰਦੇ ਦੇ ਅੰਦਰ ਪ੍ਰੇਮ ਦੇ ਸਹਿਤ ਬਹੁਤ ਉਮਾਹ ਹੈ, ਉਮਾਹੜਾ ਹੈ। ਹਿਰਦੇ ਦੇ ਅੰਦਰ ਪਿਆਰ ਦੀਆਂ ਕਾਂਗਾਂ ਉੱਠਦੀਆਂ ਨੇ, ਹਿਰਦੇ ਦੇ ਅੰਦਰ ਪਿਆਰ ਦੇ ਵਲਵਲੇ ਉੱਠਦੇ ਨੇ, ਹਿਰਦੇ ਦੇ ਅੰਦਰ ਵਾਹਿਗੁਰੂ ਜੀ ਦੇ ਪਿਆਰ ਦਾ ਐਸਾ ਤੂਫਾਨ ਉੱਠਦਾ ਜਿਹੜਾ ਥੰਮਿਆ ਨਹੀਂ ਜਾਂਦਾ ਜੀ। ਇਸ ਪ੍ਰੇਮ ਦਾ ਕਾਰਨ ਕੀ ਹੈ, ਮਨੋਰਥ ਕੀ ਹੈ? ਕਿਉਂ ਮਿਲਿਆ ਹਰ ਜਾਏ। ਹਰੀ ਪ੍ਰਮਾਤਮਾ ਜੀ ਨੂੰ ਕਿਸ ਪ੍ਰਕਾਰ ਜਾ ਕਰਕੇ ਪ੍ਰਾਪਤ ਕਰ ਲਈਏ,
ਕੇਵਲ ਤਾਂ ਕੇਵਲ ਇੱਕ ਭਾਵਨਾ ਵਾਹਿਗੁਰੂ ਜੀ ਨੂੰ ਪ੍ਰਾਪਤ ਕਰਨਾ ਹੈ। ਤੇ ਪ੍ਰਾਪਤੀ ਦੇ ਵਾਸਤੇ ਹਿਰਦੇ ਦੇ ਅੰਦਰ ਪ੍ਰੇਮ ਦੇ ਉਫਾਨ ਆਉਂਦੇ ਨੇ, ਉਤਸ਼ਾਹ ਆ ਰਿਹਾ ਹੈ। ਇਸੇ ਹੀ ਪ੍ਰਕਾਰ ਅਸੁਨ ਪ੍ਰੇਮ ਉਮਾਹੜਾ ਕਿਉ ਮਿਲਿਐ ਹਰ ਜਾਏ। ਪਿਆਰਿਓ, ਅਸੂ ਦੇ ਮਹੀਨੇ ਦੀ ਨਿਆਈ ਇਹ ਮਨੁੱਖਾ ਦੇਹੀ ਹੈ, ਮਨੁੱਖਾ ਸਰੀਰ ਦਾ ਜਨਮ ਹੈ। ਤੇ ਸਤਿਗੁਰੂ ਜੀ ਫਰਮਾਵਣਾ ਕਰਦੇ ਨੇ, ਜਿਨ੍ਹਾਂ ਨੇ ਮਨੁੱਖਾ ਜੀਵਨ ਦੇ ਮਨੋਰਥ ਨੂੰ ਪਛਾਣ ਲਿਆ ਨਾ ਕਿ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਸਮਾਂ ਹੈ, ਬ੍ਰਹਮ ਗਿਆਨ ਦੀ ਪ੍ਰਾਪਤੀ ਦਾ ਸਮਾਂ ਹੈ। ਪ੍ਰੇਮ ਉਮਾਹੜਾ, ਹਿਰਦੇ ਦੇ ਅੰਦਰ ਐਸਾ ਪਿਆਰ ਦਾ ਉਛਾਲ ਆਉਂਦਾ ਹੈ, ਹਰ ਵੇਲੇ ਵਾਹਿਗੁਰੂ ਜੀ ਦੀ ਬੰਦਗੀ ਕਰਦੇ ਨੇ, ਕਿਉਂਕਿ ਜਾਣਦੇ ਨੇ ਕਿਉਂ ਮਿਲਿਆ। ਜੇ ਬੰਦਗੀ ਨਹੀਂ ਕਰਾਂਗੇ ਤੇ ਵਾਹਿਗੁਰੂ ਜੀ ਦੇ ਨਾਲ ਕਿਵੇਂ ਮਿਲਾਂਗੇ? ਬਿਨਾਂ ਬੰਦਗੀ ਤੋਂ ਮਿਲਾਪ ਨਹੀਂ ਹੋਣਾ ਹੈ। ਹਰੀ ਪਰਮਾਤਮਾ ਜੀ ਦੇ ਨਾਲ ਮੇਲ, ਜੋ ਹਰ ਜਗ੍ਹਾ ਤੇ ਵਸੇ ਹੋਏ ਨੇ, ਸਭਨਾਂ ਦੇ ਦੁੱਖਾਂ ਦੇ ਨਾਸ਼ ਕਰਤੇ ਨੇ। ਸੋ ਜਾ ਕਰਕੇ ਜਾਏ ਬਿਰਤੀ, ਕਿਵੇਂ ਉਹਨਾਂ ਦੇ ਚਰਨਾਂ ਦੇ ਨਾਲ ਜੁੜੇ ਜੇ ਹਿਰਦੇ ਦੇ ਅੰਦਰ ਪ੍ਰੇਮ ਹੀ ਨਹੀਂ ਹੈ। ਤੇ ਇਸ ਪ੍ਰਕਾਰ ਜਾਣ ਕੇ ਵਾਹਿਗੁਰੂ ਜੀ ਦੇ ਨਾਮ ਦੇ ਨਾਲ, ਚਰਨਾਂ ਦੇ ਨਾਲ, ਨਾਮ ਰੂਪੀ ਚਰਨਾਂ ਦੇ ਨਾਲ ਸਹਿਤ ਉਤਸ਼ਾਹ ਦੇ ਪ੍ਰੇਮ ਪੂਰਵਕ ਮਨ ਨੂੰ ਜੋੜ ਕਰਕੇ ਜਪਣਾ ਕਰਦੇ ਨੇ। ਇਸੇ ਹੀ ਤਰ੍ਹਾਂ ਅਸੁਨ ਪ੍ਰੇਮ ਉਮਾਹੜਾ ਕਿਉ ਮਿਲਿਐ ਹਰ ਜਾਏ। ਸੁਨ, ਵਿਸ਼ੇਸ਼ ਕਰਕੇ ਸੁਨ, ਸੁਣਨਾ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਹੈ, ਮਹਾਰਾਜ ਅਸੀਂ ਅਲਪਾਗਾਂ, ਵਾਹਿਗੁਰੂ ਜੀ ਸਰਬੱਗ ਨੇ। ਅਸੀਂ ਕਰਮਾਂ ਕਰਕੇ, ਮਨ ਦੀਆਂ ਬਿਰਤੀਆਂ ਕਰਕੇ ਅਤਿਅੰਤ ਨੀਵੇਂ ਹਾਂ। ਵਾਹਿਗੁਰੂ ਜੀ ਅਤਿਅੰਤ ਉੱਚੇ ਨੇ, ਉਸ ਦਾ ਸਿਮਰਨ ਵੀ ਉੱਚਾ ਹੈ, ਉਸ ਦਾ ਦਰਬਾਰ ਵੀ ਉੱਚਾ ਹੈ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਦਰਬਾਰ ਵੀ ਉੱਚਾ ਹੈ। ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾਵਾਰਾ। ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਉੱਚੇ ਸਰੂਪ ਵਾਲੇ ਪ੍ਰਮਾਤਮਾ ਜੀ ਨੂੰ, ਉੱਚੇ ਘਰ ਸੱਚਖੰਡ ਘਰ ਦੇ ਵਾਸੀ ਨੂੰ, ਜਿਸ ਦੇ ਨਾਮ ਦਾ ਸਿਮਰਨ ਵੀ ਉੱਚਾ ਹੈ, ਸਿਮਰਨ ਦਾ ਮਹਾਤਮ ਵੀ ਉੱਚਾ, ਕਿਉਂ ਮਿਲਿਆ ਹਰ ਜਾਏ। ਤੇ ਇਸ ਵਾਹਿਗੁਰੂ ਜੀ ਨੂੰ ਜਾ ਕਰਕੇ ਕਿਵੇਂ ਮਿਲਣਾ ਲੈਣਾ ਕਰੀਏ। ਤੇ ਸਾਹਿਬ ਜੀ ਫਰਮਾਵਣਾ ਕਰਦੇ ਨੇ, ਸੁਨ ਭਾਈ, ਵਿਸ਼ੇਸ਼ ਕਰਕੇ ਸਤ ਸੰਗਤ ਦੇ ਵਿੱਚ, ਸਾਧ ਸੰਗਤ ਦੇ ਵਿੱਚ ਆ ਕਰਕੇ ਵਾਹਿਗੁਰੂ ਜੀ ਦੇ ਨਾਮ ਨੂੰ ਸਰਵਣ ਕਰਨਾ ਕਰ। ਵਾਹਿਗੁਰੂ ਜੀ ਦੀ ਨਾਮ ਬਾਣੀ ਨੂੰ, ਕੀਰਤਨ ਨੂੰ, ਕਥਨ ਨੂੰ ਸਰਵਣ ਕਰਨਾ ਕਰ। ਕਿਉਂਕਿ ਇਹ ਦਾਤਾਂ ਛੋਟੀਆਂ ਨਹੀਂ, ਅਤਿਅੰਤ ਅਮੋਲਕ ਨੇ। ਮਿਲਦੀਆਂ ਕਦੋਂ ਨੇ? ਪਾਰ ਬ੍ਰਹਮ ਹੁਆ ਸਹਾਈ, ਕਥਾ ਕੀਰਤਨ ਸੁਖਦਾਈ। ਇਹ ਸੁੱਖਾਂ ਦਾ ਦਾਤਾ ਹੈ ਵਾਹਿਗੁਰੂ ਜੀ ਦੀ ਨਾਮ ਬਾਣੀ ਦਾ ਕੀਰਤਨ ਤੇ ਅੰਮ੍ਰਿਤ ਬਾਣੀ ਦੀ ਕਥਾ। ਇਸ ਕਰਕੇ ਪਿਆਰਿਆ, ਸਹਿਤ ਪਿਆਰ ਦੇ ਵਿਸ਼ੇਸ਼ ਕਰਕੇ ਵਾਹਿਗੁਰੂ ਜੀ ਦਾ ਜਿਹੜਾ ਜਸ ਹੈ ਨਾ, ਇਹ ਭਾਵਨਾ ਦੇ ਨਾਲ, ਪ੍ਰੇਮ ਦੇ ਨਾਲ, ਪ੍ਰੇਮ ਦੇ ਉਤਸ਼ਾਹ ਦੇ ਨਾਲ ਸਤ ਸੰਗਤ ਦੇ ਵਿੱਚ ਬੈਠ ਕਰਕੇ ਸਰਵਣ ਕਰਨਾ ਕਰ, ਫਿਰ ਵਾਹਿਗੁਰੂ ਜੀ ਦੀ ਪ੍ਰਾਪਤੀ ਹੋਵੇਗੀ। ਸੋ ਇਸੇ ਹੀ ਪ੍ਰਕਾਰ ਅਸੁਨ ਪ੍ਰੇਮ ਉਮਾਹੜਾ ਕਿਉ ਮਿਲਿਐ ਹਰ ਜਾਏ। ਹੋ ਭਾਈ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੀ ਬੰਦਗੀ ਕਰ। ਪ੍ਰਾਪਤੀ ਉਹਨਾਂ ਨੂੰ ਹੁੰਦੀ ਹੈ ਜਿਹੜੇ ਸੁਨ, ਨਹੀਂ ਸੁਣਦੇ। ਕੀ ਨਹੀਂ ਸੁਣਦੇ ਜੀ? ਨਿੰਦਿਆ ਚੁਗਲੀ ਨਹੀਂ ਸੁਣਦੇ। ਕੰਨਾਂ ਦੇ ਨਾਲ ਗੰਦੇ ਗੀਤ, ਲੱਚਰ ਬੋਲੀਆਂ, ਟੱਪੇ ਇਤਿਆਦਿਕ ਨਹੀਂ ਸੁਣਦੇ। ਲੱਚਰ ਭਾਸ਼ਾ ਤੋਂ ਸਦਾ ਕਿਨਾਰਾ ਕਰ ਲੈਂਦੇ ਨੇ ਤੇ ਬੇਨਤੀਆਂ ਕਰਦੇ ਨੇ, ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ। ਹੇ ਮੇਰੇ ਪਿਆਰੇ ਮਨ ਨੂੰ ਮੋਹ ਲੈਣ ਵਾਲੇ ਪ੍ਰਮਾਤਮਾ ਜੀ, ਸਾਡੇ ਤੇ ਦਇਆਲਤਾ, ਕਿਰਪਾਲਤਾ, ਕਿਰਪਾ ਰਹਿਮਤ ਕਰੋ। ਸਾਡੇ ਕੰਨਾਂ ਦੇ ਵਿੱਚ ਐਸੇ ਲੱਚਰ ਗੀਤਾਂ ਦੀ, ਲੱਚਰ ਬੋਲਾਂ ਨੂੰ ਕਦੇ ਸੁਣਨਾ ਹੀ ਪ੍ਰਾਪਤ ਨਾ ਹੋਵੇ, ਧੁਨੀ ਨਾ ਪੈ ਜਾਵੇ ਜੀ। ਕਿਹੜੀ ਧੁਨੀ? ਸਾਕਤ ਗੀਤ ਨਾਦ ਧੁਨ ਗਾਵਤ। ਜਿਹੜੇ ਸਾਕਤ ਲੋਕ, ਪਤਤ ਲੋਕ, ਪ੍ਰਮਾਤਮਾ ਜੀ ਦੇ ਮਾਰਗ ਤੋਂ ਭਟਕੇ ਹੋਏ ਲੋਕ, ਰੱਬ ਜੀ ਦੀ ਪ੍ਰਾਪਤੀ ਦੇ ਰਾਹ ਤੋਂ ਟੁੱਟੇ ਹੋਏ ਲੋਕ, ਕੇਵਲ ਤਾਂ ਕੇਵਲ ਦੁਨਿਆਵੀ ਰੂਪ ਧਨ ਇਤਿਆਦਿਕ ਦਾ ਵਿਖਿਆਨ ਕਰਦੇ ਨੇ। ਉਹਨਾਂ ਦੇ ਬੋਲ ਐਸੇ ਨੇ ਜਿਹੜੇ ਹਿਰਦੇ ਨੂੰ ਭਟਕਣਾ ਲਾ ਦਿੰਦੇ ਨੇ ਤੇ ਵਾਹਿਗੁਰੂ ਜੀ ਦੇ ਸਿਮਰਨ ਦੇ ਵੱਲੋਂ ਮਨ ਨੂੰ ਮੋੜ ਦਿੰਦੇ ਨੇ। ਅਸੁਨ, ਐਸੇ ਬੋਲਾਂ ਤੋਂ, ਐਸੇ ਗੀਤ, ਲੱਚਰ ਗੀਤ, ਟੱਪੜਿਆਂ, ਜੋ ਟੱਪੇ ਇਤਿਆਦਿਕ ਨੇ, ਉਹਨਾਂ ਨੂੰ ਸੁਣਨ ਤੋਂ ਰਹਿਤ ਹੋ ਜਾ। ਕੰਨਾਂ ਦੇ ਨਾਲ ਨਿੰਦਿਆ ਚੁਗਲੀ ਇਤਿਆਦਿਕ ਵੀ ਨਹੀਂ ਸੁਣਨੀ ਹੈ। ਸੋ ਕਿਉਂ ਸੁਣਦਾ ਹੈ ਐਸੇ ਗੀਤਾਂ ਨੂੰ? ਕਿਉਂ ਸੁਣਦਾ ਹੈ? ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ, ਜਿਹੜੇ ਵਿਅਰਥ ਬੋਲ ਨੇ। ਕਿਉਂ ਸੁਣਦਾ ਹੈ ਭਾਈ? ਉਹਨੂੰ ਕੰਨਾਂ ਦੇ ਨਾਲ, ਉਹਨਾਂ ਨੂੰ ਅਸੁਨ, ਉਹਨਾਂ ਵੱਲੋਂ ਸੁਣਨੇ ਤੋਂ ਰਹਿਤ ਹੋ ਜਾ ਤੇ ਵਾਹਿਗੁਰੂ ਜੀ ਦੇ ਨਾਮ ਰੂਪੀ ਚਰਨਾਂ ਦੇ ਨਾਲ ਸਹਿਤ ਉਮਾਹ ਦੇ, ਸਹਿਤ ਉਤਸ਼ਾਹ ਦੇ ਪਿਆਰ ਕਰਨਾ ਕਰ। ਫਿਰ ਮਿਲਿਐ ਹਰ ਜਾਏ।
ਵਾਹਿਗੁਰੂ ਪਰਮਾਤਮਾ ਜੀ ਨੂੰ ਜਾ ਮਿਲੇਗਾ। ਮਿਲਿਆ ਹਰ ਜਾਏ, ਤੇਰੀ ਜਿਹੜੀ ਸੁਰਤ ਹੈ ਨਾ ਉੱਚੇ ਪ੍ਰਮਾਤਮਾ ਵਾਹਿਗੁਰੂ ਜੀ ਉੱਚੇ ਦਰਬਾਰ ਦੇ ਮਾਲਕ ਦੇ ਉੱਚੀ ਹੋ ਕਰਕੇ ਚਰਨਾਂ ਵਿੱਚ ਜਾ ਜੁੜੇਗੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਤੇ ਸਾਧ ਸੰਗਤ ਜੀ ਹੁਣ ਗੰਦੇ ਗੀਤ ਟੱਪੇ ਬੋਲੀਆਂ ਇਤਿਆਦਿਕ ਸੁਣਦਿਆਂ ਤੇ ਮਤ ਨਹੀਂ ਨਾ ਉੱਚੀ ਹੋਣੀ। ਮਤ ਉੱਚੀ ਹੋਣੀ ਹੈ, ਮਤ ਆਤਮ ਵਿਸ਼ੈਣੀ ਹੋਣੀ ਹੈ ਵਾਹਿਗੁਰੂ ਜੀ ਦੀ ਬੰਦਗੀ ਦੇ ਨਾਲ। ਤੇ ਸਾਹਿਬ ਜੀ ਫਰਮਾਉਂਦੇ ਨੇ, ਪਿਆਰਿਓ ਵਿਸ਼ੇਸ਼ ਕਰਕੇ ਵਾਹਿਗੁਰੂ ਜੀ ਦੇ ਨਾਮ ਦੇ ਜਸ ਨੂੰ ਸਰਵਣ ਕਰਨਾ ਕਰੋ। ਨਿੰਦਿਆ ਚੁਗਲੀ ਦਵੈਤਵਾਦ ਦੇ ਬੋਲਾਂ ਨੂੰ ਸੁਣਨੇ ਤੋਂ ਰਹਿਤ ਹੋ ਜਾਓ। ਉੱਚੀ ਸੁਰਤ ਹੋਵੇਗੀ, ਵਾਹਿਗੁਰੂ ਜੀ ਦੇ ਨਾਲ ਮਿਲਾਵਣ ਵਾਲੀ ਬਣ ਜਾਵੇਗੀ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੈ ਮਾਏ। ਮਹਾਰਾਜ ਜੀ ਆਪ ਜੀ ਨੇ ਪ੍ਰਵਚਨ ਕੀਤਾ ਹੈ ਪ੍ਰੇਮ ਉਮਾਹੜਾ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਇਹ ਪ੍ਰੇਮ ਦਾ ਉਮਾਹੜਾ ਹੁੰਦਾ ਹੈ, ਉਛਾਲ ਹੁੰਦਾ ਹੈ, ਉਮਾਹ ਉਤਸ਼ਾਹ ਹੁੰਦਾ ਹੈ, ਉਹਨਾਂ ਦੀ ਭਾਵਨੀ ਕੈਸੀ ਹੁੰਦੀ ਹੈ, ਉਹਨਾਂ ਦਾ ਜੀਵਨ ਕਰਤੱਵ ਕੈਸਾ ਹੁੰਦਾ ਹੈ ਜੀ। ਹਜ਼ੂਰ ਫਰਮਾਉਂਦੇ ਨੇ, ਮਾਨੇ ਤਾਨੇ, ਮਾਨੇ ਨੰਨੇ ਨੂੰ ਸਿਹਾਰੀ ਹੈ, ਤਨ ਤੱਤੇ ਨੂੰ ਸਿਹਾਰੀ, ਨੰਨੇ ਨੂੰ ਸਿਹਾਰੀ ਹੈ, ਮਨ ਦੇ ਅੰਦਰ ਵੀ ਤੇ ਤਨ ਦੇ ਅੰਦਰ ਵੀ। ਪਿਆਸ ਦਰਸ਼ਨ ਘਣੀ, ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਘਣੀ ਪਿਆਸ ਲੱਗੀ ਏ, ਬਹੁਤੀ ਚਾਹਤ ਲੱਗੀ ਏ, ਅਤਿਅੰਤ ਚਾਹਨਾ ਹੈ ਵਾਹਿਗੁਰੂ ਜੀ। ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਜੀਵਿਆ ਨਹੀਂ ਜਾਂਦਾ ਹੈ ਜੀ। ਆਸ ਪਿਆਸੀ ਫਿਰ ਕਹਿ ਤਾਈ, ਜਿਉ ਚਾਤਰਿਕ ਬੁੰਦੇਰੇ, ਕਹੋ ਨਾਨਕ ਜੀੜਾ ਬਲਿਹਾਰੀ। ਦੇਹੋ ਦਰਸ ਪ੍ਰਭ ਮੇਰੇ, ਸਦਾ ਬੇਨਤੀਆਂ ਕਰਦੇ ਨੇ ਮੇਰੇ ਸਾਹਾ, ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਣਤਾ ਸਾਹਾ। ਅਵਰ ਕਿਆ ਜਾਣਾ ਕੋਏ। ਸੱਚੇ ਪਾਤਸ਼ਾਹ ਜੀ ਸਾਨੂੰ ਤਾਂ ਸੁਖੀ ਆਪ ਜੀ ਦੇ ਦੀਦਾਰਿਆਂ ਤੋਂ ਪ੍ਰਾਪਤ ਹੁੰਦਾ ਹੈ। ਜਿਹੜੀ ਵਿਛੋੜੇ ਦੀ ਵੇਦਨਾ ਹੈ, ਹਿਰਦਾ ਝੱਲਦਾ ਨਹੀਂ, ਪਰ ਮਹਾਰਾਜ ਹਿਰਦੇ ਦੀ ਇਸ ਗਤੀ ਨੂੰ ਆਪ ਜੀ ਜਾਣਦੇ ਹੋ, ਹੋਰ ਕੌਣ ਜਾਣ ਸਕਦਾ ਹੈ, ਭਾਵ ਹੋਰ ਕੋਈ ਨਹੀਂ ਜਾਣਦਾ ਹੈ। ਇਸੇ ਪ੍ਰਕਾਰ ਰਾਤ ਦਿਨ ਬੇਨਤੀਆਂ ਕਰਦੇ ਨੇ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਾ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਸੋ ਚਾਰ ਪ੍ਰਕਾਰ ਦੇ ਦਰਸ਼ਨ ਜੋ ਵਿਦਵਾਨਾਂ ਨੇ ਮੰਨੇ ਨੇ ਨਾ, ਸਵਪਨ ਦਰਸ਼ਨ, ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੂੰ ਕਾਂਚੀ ਸ਼ਹਿਰ ਦੇ ਵਿੱਚ ਰਹਿੰਦਿਆਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਵਪਨ ਦਰਸ਼ਨ, ਸੁਪਨੇ ਦੇ ਅੰਦਰ ਦਰਸ਼ਨ ਬਖਸ਼ੇ ਸਨ। ਦੂਸਰੇ ਹਨ ਚਿੱਤਰ ਦਰਸ਼ਨ। ਸਾਧ ਸੰਗਤ ਜੀ ਪੁਰਾਤਨ ਸਮੇਂ ਦੇ ਅੰਦਰ ਹੱਥ ਦੇ ਨਾਲ ਚਿੱਤਰ ਬਣਾਏ ਜਾਂਦੇ ਤੇ ਚਿੱਤਰ ਬਣਾਉਣ ਵਾਲਿਆਂ ਨੂੰ ਮੁਸੱਵਰ ਕਿਹਾ ਜਾਂਦਾ ਸੀ। ਤੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਬਚਨ ਆਉਂਦਾ ਹੈ ਕਿ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਮੁਸੱਵਰ ਆਏ ਤੇ ਉਹਨਾਂ ਸਤਿਗੁਰੂ ਸਾਹਿਬ ਜੀ ਦੇ 2 ਚਿੱਤਰ ਬਣਾਏ ਸਨ, ਪਰ ਅੱਜ ਉਹਨਾਂ ਦੀ ਟੋਹ ਨਹੀਂ ਲੱਭਦੀ ਕਿਧਰੇ ਆ। ਪਰ ਇੱਕ ਪ੍ਰਕਾਰ ਐਵੇਂ ਮੰਨਿਆ ਜਾਂਦਾ ਕਿ ਬਰਕਲੇ ਯੂਨੀਵਰਸਿਟੀ ਦੇ ਵਿੱਚ ਸ਼ਾਇਦ ਉਹ ਅੱਜ ਵੀ ਮੌਜੂਦ ਨੇ। ਇਸੇ ਪ੍ਰਕਾਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਚਰਨਾਂ ਵਿਖੇ ਮੁਸੱਵਰ ਆਇਆ, ਆ ਕਰਕੇ ਬੇਨਤੀ ਕੀਤੀ, ਗਰੀਬ ਨਿਵਾਜ ਮੈਂ ਆਪ ਜੀ ਦਾ ਚਿੱਤਰ, ਆਪ ਜੀ ਦੀ ਤਸਵੀਰ ਬਣਾਉਣੀ ਚਾਹੁੰਦਾ ਹਾਂ, ਕਿਰਪਾ ਕਰਕੇ ਆਗਿਆ ਬਖਸ਼ੋ। ਗਰੀਬ ਨਿਵਾਜ ਸਾਹਿਬ ਜੀ ਨੇ ਆਗਿਆ ਬਖਸ਼ੀਏ। ਮੁਸੱਵਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਚਿੱਤਰ ਬਣਾਉਣ ਲੱਗਦਾ ਹੈ। ਚਿੱਤਰ ਬਣਾਉਣਾ ਪ੍ਰਾਰੰਭ ਕਰ ਦਿੱਤਾ। ਜਿਵੇਂ ਸਤਿਗੁਰੂ ਜੀ ਚੌਂਕੜਾ ਲਗਾ ਕਰਕੇ ਬੈਠੇ ਨੇ, ਸਤਿਗੁਰੂ ਜੀ ਦੇ ਚੌਂਕੜੇ ਲਗਾ ਕਰਕੇ ਬੈਠਿਆਂ ਦਾ ਸਾਰਾ ਸਵਰੂਪ ਬਣਾ ਦਿੱਤਾ, ਚਰਨ ਬਣਾ ਦਿੱਤੇ, ਹਸਤ ਕਮਲ ਬਣਾ ਦਿੱਤੇ, ਸੁੰਦਰ ਭੁਜਾਵਾਂ ਬਣਾ ਦਿੱਤੀਆਂ, ਇਸ ਪ੍ਰਕਾਰ ਸੀਨਾ ਬਣਾ ਦਿੱਤਾ, ਪੂਰੇ ਸਰੀਰ ਦਾ ਚਿੱਤਰ ਦਸਤਾਰਾ ਵੀ ਬਣਾ ਦਿੱਤਾ। ਪਰ ਜਦੋਂ ਮੁਖ ਬਣਾਉਣ ਲੱਗਦਾ ਨਾ, ਸਤਿਗੁਰੂ ਜੀ ਦੇ ਮੁਬਾਰਕ ਮੁਖ ਦੇ ਦਰਸ਼ਨ ਕਰਦਾ ਹੈ, ਆਪਣਾ ਬੁਰਸ਼ ਰੰਗ ਭਰਨ ਵਾਲਾ ਚੁੱਕਦਾ ਹੈ, ਰੰਗ ਭਰਨ ਲੱਗਦਾ, ਫਿਰ ਰੁਕ ਜਾਂਦਾ ਹੈ। ਸਤਿਗੁਰੂ ਜੀ ਦਾ ਤੇਜ ਪ੍ਰਤਾਪ ਇਤਨਾ ਹੈ, ਐਸੇ ਤੇਜ ਪ੍ਰਤਾਪ ਵਾਲਾ ਕਿਹੜਾ ਰੰਗ ਭਰਾਂ। ਸਾਧ ਸੰਗਤ ਜੀ ਰੰਗ ਹੀ ਮਨ ਨੂੰ ਨਹੀਂ ਪਾਉਂਦਾ ਕਿ ਜਿਤਨਾ ਤੇਜ ਪ੍ਰਤਾਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ, ਐਸਾ ਤੇਜ ਤਾਂ ਕਿਸੇ ਰੰਗ ਦੇ ਵਿੱਚ ਵੀ ਨਹੀਂ। ਬਾਰ-ਬਾਰ ਦੀਦਾਰ ਕਰਦਾ ਹੈ, ਫਿਰ ਬੁਰਸ਼ ਚੱਕਦਾ ਹੈ, ਫਿਰ ਰੰਗ ਭਰਨ ਲੱਗਦਾ ਹੈ, ਫਿਰ ਰੁਕ ਜਾਂਦਾ ਹੈ, ਫਿਰ ਦੂਸਰਾ ਰੰਗ ਲਾਉਂਦਾ ਹੈ, ਉਹਨਾਂ ਨੂੰ ਮਿਲਾਉਂਦਾ ਹੈ, ਘੋਲਦਾ ਹੈ, ਨਵਾਂ ਘੋਲ ਤਿਆਰ ਕਰਦਾ ਹੈ, ਕਾਗਜ਼ ਦੇ ਉੱਪਰ ਲਗਾ ਕਰਕੇ ਦੇਖਦਾ ਹੈ ਇਹ ਰੰਗ ਠੀਕ ਹੈ। ਪਰ ਜਦੋਂ ਫਿਰ ਸਤਿਗੁਰੂ ਜੀ ਦਾ ਮੁਖ ਤੱਕਦਾ ਹੈ, ਫਿਰ ਬੁਰਸ਼ ਚੁੱਕਦਾ, ਰੰਗ ਭਰਨ ਲੱਗਦਾ, ਫਿਰ ਰੁਕ ਜਾਂਦਾ। ਨਹੀਂ, ਜੈਸਾ ਤੇਜ ਪ੍ਰਤਾਪ ਸਤਿਗੁਰੂ ਜੀ ਦੇ ਮੁਖਾਰਬਿੰਦ ਦਾ ਹੈ ਨਾ, ਉਸਾ ਤੇਜ ਪ੍ਰਤਾਪ ਇਸ ਰੰਗ ਦੇ ਵਿੱਚ ਵੀ ਨਹੀਂ। ਕਿੰਨਾ ਯਤਨ ਕੀਤਾ, ਕਿਤਨਾ ਸਮਾਂ ਬਤੀਤ ਹੋ ਗਿਆ, ਰੰਗ ਨਹੀਂ ਭਰਿਆ ਜਾਂਦਾ। ਆਖਿਰਕਾਰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਉੱਠੇ ਨੇ, ਆਪ ਬੁਰਸ਼ ਪਕੜਨਾ ਕੀਤਾ ਹੈ,
ਤੇ ਗਰੀਬ ਨਿਵਾਜ ਸਾਹਿਬ ਜੀ ਨੇ ਆਪਣੇ ਮੁਖ ਦੇ ਆਪ ਰੰਗ ਭਰ ਕੇ ਆਪਣੇ ਮੁਖ ਦੀ ਜੋ ਫੋਟੋ ਹੈ, ਜੋ ਚਿੱਤਰ ਹੈ, ਉਹ ਬਣਾ ਦੇਣਾ ਕੀਤਾ ਹੈ। ਤੇ ਸਮਾਂ ਪਾ ਕਰਕੇ ਐਸੀ ਕਲਾ ਵਰਤੀ। ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਲਿਖਣਾ ਕਰਦੇ ਨੇ, ਜਿਤਨੇ ਰੰਗ ਉਸ ਮੁਸੱਵਰ ਨੇ ਭਰੇ ਸੀ ਚਿੱਤਰ ਦੇ ਵਿੱਚ, ਉਹ ਸਾਰੇ ਰੰਗ ਸਮਾਂ ਪਾ ਕਰਕੇ ਉੱਡ ਗਏ, ਪਰ ਜਿਤਨੇ ਰੰਗ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਰਤ ਕੇ ਆਪ ਆਪਣਾ ਚਿੱਤਰ, ਆਪਣਾ ਮੁਖਾਰਬਿੰਦ ਬਣਾਇਆ ਸੀ ਨਾ, ਬਸ ਓਨੇ ਹੀ ਰੰਗ ਉਸ ਚਿੱਤਰ ਦੇ ਵਿੱਚ ਬਾਕੀ ਰਹਿ ਗਏ। ਇਸ ਪ੍ਰਕਾਰ ਪੁਰਾਤਨ ਸਮੇਂ ਦੇ ਅੰਦਰ ਵੀ ਸਤਿਗੁਰੂ ਜੀ ਦੇ ਚਿੱਤਰ ਬਣਾਏ ਜਾਂਦੇ ਸਨ, ਪਰ ਉਹ ਕੇਵਲ ਤਾਂ ਕੇਵਲ ਦਰਸ਼ਨ ਮਾਤਰ ਵਾਸਤੇ, ਦੀਦਾਰ ਕਰਦਿਆਂ ਚੇਤਾ ਆ ਜਾਵੇ ਮੇਰੇ ਸਤਿਗੁਰੂ ਜੀ ਦਾ ਸਰੂਪ ਐਸਾ ਹੈ, ਇਹ ਚਿੱਤਰ ਦਰਸ਼ਨ ਹੈ। ਤੇ ਤੀਸਰਾ ਹੈ ਸਾਧ ਸੰਗਤ ਜੀ ਸ਼ਰਵਣ ਦਰਸ਼ਨ, ਜੋ ਆਪ ਇਸ ਵੇਲੇ ਸਤ ਸੰਗਤ ਦੇ ਵਿੱਚ ਬੈਠ ਕਰਕੇ ਕਰ ਰਹੇ ਹੋ ਨਾ, ਸਤਿਗੁਰੂ ਜੀ ਦੇ ਪਾਵਨ ਜੀਵਨ ਕੌਤਕਾਂ ਨੂੰ ਤੇ ਅੰਮ੍ਰਿਤ ਬਾਣੀ ਨੂੰ ਸ਼ਰਵਣ ਕਰਨਾ। ਤੇ ਜੋ ਅਸੀਂ ਸ਼ਰਵਣ ਕਰਦੇ ਹਾਂ, ਜਿਵੇਂ ਸਤਿਗੁਰੂ ਜੀ ਚੌਂਕੜਾ ਲਗਾ ਕਰਕੇ ਬੈਠੇ ਨੇ, ਮੁਸੱਵਰ ਚਿੱਤਰ ਬਣਾ ਰਿਹਾ ਹੈ, ਸਤਿਗੁਰੂ ਜੀ ਆਪ ਉੱਠਦੇ ਨੇ, ਬ੍ਰਸ਼ ਪਕੜਦੇ ਨੇ, ਚਿੱਤਰ ਵਿੱਚ ਰੰਗ ਭਰਦੇ ਨੇ। ਜੋ ਜੋ ਅਸੀਂ ਸ਼ਰਵਣ ਕਰਦੇ ਹਾਂ, ਸਾਡੀਆਂ ਮਨ ਅਤੇ ਬੁੱਧੀ ਰੂਪ ਅੱਖਾਂ ਦੇ ਅੱਗੇ ਉਹ ਰੂਪਮਾਨ ਹੁੰਦਾ ਜਾਵੇ। ਮਨ ਦੀ ਅਵਸਥਾ ਦੇ ਨਾਲ ਉਸ ਸਰੂਪ ਦੇ ਨਾਲ ਨਾਲ ਦਰਸ਼ਨ ਕਰੀਏ, ਇਹ ਸ਼ਰਵਣ ਦਰਸ਼ਨ ਹਨ। ਇਸੇ ਪ੍ਰਕਾਰ ਸ਼ਰਵਣ, ਸਿਮਰਨ, ਕੀਰਤਨ, ਪਾਦ ਸੇਵ ਅਰਚਾਨ, ਦਾਸ ਸਖਾਪਨ ਬੰਦਨਾ, ਸਰਬ ਨਿਵੇਦਨ ਜਾਨ, 9 ਪ੍ਰਕਾਰ ਦੀ ਭਗਤੀ ਦੇ ਵਿੱਚੋਂ ਪਹਿਲੀ ਭਗਤੀ ਹੈ ਸ਼ਰਵਣ ਭਗਤੀ। ਤੇ ਦਰਸ਼ਨਾਂ ਦੇ ਵਿੱਚੋਂ ਤੀਜਾ ਦਰਸ਼ਨ ਹੈ ਸ਼ਰਵਣ ਦਰਸ਼ਨ। ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸ਼ਰਵਣ ਦੀ ਬੇਅੰਤ ਮਹਿਮਾ ਕਹੀ ਹੈ। ਜੋ ਆਪ ਜੀ ਸ੍ਰੀ ਜਪਜੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਅੰਦਰ ਨਿਤਨੇਮ ਅਨੁਸਾਰ ਰੋਜ਼ ਗੁਰਸਿੱਖ ਮਾਈ ਭਾਈ ਪੜ੍ਹਦੇ ਹੋ, ਤੇ ਸਤਿਗੁਰੂ ਜੀ ਨੇ ਤੇ ਨਿਬੇੜਾ ਹੀ ਕਰ ਦੇਣਾ ਕੀਤਾ, ਸੁਣਿਆ ਦੁਖ ਪਾਪ ਕਾ ਨਾਸ। ਜਿਸ ਸ਼ਰਵਣ ਭਗਤੀ ਕਰਨੇ ਦੇ ਨਾਲ ਦੁੱਖ ਜਨ ਦਰਦ ਕਲੇਸ਼ਾਂ ਦਾ ਨਾਸ ਹੋ ਜਾਂਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਵਚਨ ਕਰਨਾ ਕਰਦੇ ਨੇ, ਉਹਨਾਂ ਦੇ ਮਨ ਅਤੇ ਤਨ ਦੇ ਅੰਦਰ ਬਹੁਤੀ ਸਿੱਕ ਪਿਆਸਾ ਲੱਗੀ ਹੈ ਦਰਸ਼ਨਾਂ ਦੀ। ਤੇ ਚੌਥਾ ਦਰਸ਼ਨ ਹੈ ਸਾਧ ਸੰਗਤ ਜੀ ਪ੍ਰਤੱਖ ਦਰਸ਼ਨ। ਜਿਵੇਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਰਾਜੇ ਸ਼ਿਵਨਾਭ ਨੂੰ ਜਾ ਕਰਕੇ ਪ੍ਰਤੱਖ ਦਰਸ਼ਨ ਬਖਸ਼ਿਆ ਨਾ, ਇਸੇ ਪ੍ਰਕਾਰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਸਾਧੂ ਜੀ ਤੇ ਭਾਈ ਰੂਪੇ ਜੀ ਨੂੰ, ਜੋ ਜਲ ਨਹੀਂ ਸਨ ਛਕਦੇ, ਮਹਾਰਾਜ ਜੀ ਦੇ ਛਕਣੇ ਯੋਗ ਹੈ, ਮਹਾਰਾਜ ਜੀ ਦੀ ਦਾਰ ਬਖਸ਼ਣ, ਪਹਿਲਾਂ ਜਲ ਛਕਣ ਫਿਰ ਅਸੀਂ ਛਕਾਂਗੇ। ਤੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਘੋੜੇ ਤੇ ਸਵਾਰ ਹੋ ਕਰਕੇ ਗਰਮੀਆਂ ਦੇ ਦਿਨਾਂ ਵਿੱਚ 30 ਕੋਹ ਦਾ ਪੈਂਡਾ ਕਰਕੇ ਜਾ ਕੇ ਸਿੱਖਾਂ ਦੀ ਭਾਵਨਾ ਪੂਰੀ ਕੀਤੀ, ਪ੍ਰਤੱਖ ਦਰਸ਼ਨ ਬਖਸ਼ਿਆ। ਮਾਈ ਭਾਗ ਭਰੀ ਜੀ ਸ੍ਰੀਨਗਰ ਕਸ਼ਮੀਰ ਦੇ ਵਿੱਚ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕਰਦੇ ਨੇ, ਜਿਨ੍ਹਾਂ ਨੇ ਰੇਜ਼ਾ ਖੇਸ ਬੁਣ ਕੇ ਰੱਖਿਆ ਹੈ, ਸਤਿਗੁਰੂ ਜੀ ਨੂੰ ਅਰਪਣ ਕਰਾਂਗੀ। ਤੇ ਮਹਾਰਾਜ ਸਾਹਿਬ ਜੀ ਨੇ ਜਾ ਕਰਕੇ ਦੀਦਾਰ ਬਖਸ਼ਿਆ ਹੈ। ਜਿਵੇਂ ਭਗਤ ਧੰਨਾ ਜੀ ਨੂੰ, ਭਗਤ ਨਾਮਦੇਵ ਜੀ ਨੂੰ ਪ੍ਰਤੱਖ ਦਰਸ਼ਨ ਹੁੰਦੇ ਨੇ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਇਸ ਪ੍ਰਕਾਰ 4 ਪ੍ਰਕਾਰ ਦੇ ਦਰਸ਼ਨਾਂ ਵਾਸਤੇ ਹੀ ਤਨ ਅਤੇ ਮਨ ਦੇ ਅੰਦਰ ਡਾਢੀ ਬੇਬਲਤਾ ਲੱਗੀਏ, ਪਿਆਸ ਲੱਗੀਏ, ਸਿੱਕ ਲੱਗੀਏ। ਤੇ ਸਦਾ ਬੇਨਤੀਆਂ ਕਰਦੇ ਨੇ, ਕੋਈ ਆਣ ਮਿਲਾਵੈ ਮਾਏ। ਹੇ ਭਾਈ, ਹੈ ਕੋਈ ਐਸਾ ਸਾਧੂ ਮਹਾਤਮਾ ਬ੍ਰਹਮ ਗਿਆਨੀ ਸਤਪੁਰਸ਼ ਤਤਵੇਤਾ, ਨਾਮ ਦਾ ਰਸੀਆ ਬ੍ਰਹਮ ਨੇਸ਼ਟੀ ਬ੍ਰਹਮ ਸਰੋਤਰੀ, ਜਿਹੜਾ ਸਾਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮੇਲ ਦੇਵੇ, ਜਿਹੜਾ ਮਾਏ ਕੁੱਲ ਵਿਭੂਤੀ ਸੰਪਤੀ ਮਾਇਆ ਦਾ ਮਾਲਕ ਹੈ। ਕਰੋੜਾਂ ਬ੍ਰਹਮੰਡਾਂ ਦੇ ਅੰਦਰ ਜਿਤਨੀ ਮਾਇਆ ਵਰਤਦੀ ਏ ਵਾਹਿਗੁਰੂ ਜੀ ਦੇ ਹੁਕਮ ਦੇ ਅਧੀਨ ਹੈ ਨਾ। ਜਿਹੜੇ ਵਾਹਿਗੁਰੂ ਜੀ ਮਾਇਆਪਤੀ ਨੇ, ਤਾਂ ਹੀ ਤਾਂ ਮਾਧੋ ਕਿਹਾ ਜਾਂਦਾ, ਮਹਾਧੋ ਮਾਇਆ ਦੇ ਪਤੀ। ਸਾਰੇ ਮਾਇਆ ਦੇ ਸਵਾਮੀ ਪ੍ਰਮਾਤਮਾ ਜੀ ਦੇ ਨਾਲ ਜਿਹੜਾ ਕੋਈ ਸਾਨੂੰ ਮੇਲ ਦੇਣਾ ਕਰੇ। ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ। ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਤਨ ਦੇ ਅੰਦਰ ਮਨ ਦੇ ਅੰਦਰ ਅਤਿਅੰਤ ਪਿਆਰ ਹੈ, ਉਹ ਤਾਂ ਬੰਦਗੀ ਕਰਕੇ ਸਫਲ ਵੀ ਹੋ ਜਾਂਦੇ ਤੇ ਵਾਹਿਗੁਰੂ ਜੀ ਦਾ ਮਿਲਾਪ ਵੀ ਪ੍ਰਾਪਤ ਕਰ ਲੈਂਦੇ ਨੇ। ਪਰ ਜਿਹੜੇ ਅਸੀਂ ਜਨ ਸਾਧਾਰਨ ਲੋਕ ਐ, ਸਾਡੇ ਹਿਰਦੇ ਦੇ ਅੰਦਰ ਮਹਾਰਾਜ ਪਿਆਰ ਨਹੀਂ ਉਤਪੰਨ ਹੁੰਦਾ, ਬੰਦਗੀ ਦਾ ਪਿਆਰ ਉਤਪੰਨ ਨਹੀਂ ਹੁੰਦਾ। ਸੰਬੰਧੀਆਂ ਦਾ ਪਿਆਰ, ਮਾਇਆ ਦਾ ਪਿਆਰ, ਪਦਾਰਥਾਂ ਦਾ ਪਿਆਰ, ਸਰੀਰ ਦਾ ਪਿਆਰ, ਆਪਣੀ ਲੰਬੀ ਉਮਰ ਦਾ ਪਿਆਰ, ਜ਼ਿੰਦਗੀ ਦਾ ਪਿਆਰ, ਤੰਦਰੁਸਤੀ ਦਾ ਪਿਆਰ ਤਾਂ ਬਹੁਤ ਹੈ, ਪਰ ਹਿਰਦੇ ਦੇ ਅੰਦਰ ਨਾਮ ਦਾ ਪਿਆਰ ਪੈਦਾ ਨਹੀਂ ਹੁੰਦਾ। ਸੱਚੇ ਪਾਤਸ਼ਾਹ, ਕੋਈ ਯਤਨ ਹੈ ਜਿਸ ਦੇ ਨਾਲ ਸਾਡਾ ਹਿਰਦਾ ਵੀ ਪਿਆਰ ਦੇ ਨਾਲ ਲਬਰੇਜ਼ ਹੋ ਜਾਵੇ। ਤੇ ਗਰੀਬ ਨਿਵਾਜ ਜੀ ਫਰਮਾਵਣਾ ਕਰਦੇ ਨੇ, ਪਿਆਰਿਓ ਸੰਤ ਸਹਾਈ ਪ੍ਰੇਮ ਕੇ, ਸੰਤ ਜਨਾਂ ਦੀ ਸੰਗਤ ਕਰੋ। ਜਿਹੜੇ ਸੰਤ ਜਨ ਨੇ ਵਾਹਿਗੁਰੂ ਜੀ ਦਾ ਪਿਆਰ ਹਿਰਦੇ ਦੇ ਅੰਦਰ ਉਤਪੰਨ ਕਰਨ ਵਾਸਤੇ ਸਹਾਇਤਾ ਕਰਦੇ ਨੇ। ਜੀ ਕਿਵੇਂ ਕਰਦੇ ਨੇ?
ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਸਾਧ ਸੰਗਤ ਕੀਤੇ ਤੋਂ ਬਿਨਾ ਹਿਰਦੇ ਵਿੱਚ ਪਿਆਰ ਨਹੀਂ ਉਪਜਦਾ। ਜਦੋਂ ਸੰਤ ਜਨਾਂ ਦੀ ਅਵਸਥਾ ਦੇ ਦਰਸ਼ਨ ਹੁੰਦੇ ਨੇ, ਤਿੰਨਾਂ ਦੇ ਸੱਤ ਹੁੰਦੇ ਵਾਕ ਤੱਕੀ ਦੇ ਨੇ, ਉਹਨਾਂ ਦੇ ਨਾਮ ਦੇ ਨਾਲ ਸ਼ਾਂਤ ਹਿਰਦੇ ਚੋਂ ਅੰਮ੍ਰਿਤ ਬਚਨ ਮੁਖਾਰ ਬਿੰਦ ਰਾਹੀਂ ਪ੍ਰਗਟ ਹੁੰਦੇ ਨੇ। ਫਿਰ ਹਿਰਦੇ ਅੰਦਰ ਉਤਸ਼ਾਹ ਆਉਂਦਾ ਹੈ, ਐਸਾ ਸ਼ਾਂਤਮਈ ਸਾਦਾ ਸਾਧਾਰਨ ਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਵਾਲਾ ਜੀਵਨ ਸਾਡਾ ਵੀ ਹੋਵੇ। ਸਤ ਸੰਗਤ ਦੇ ਵਿੱਚ ਆ ਕਰਕੇ ਐਸੇ ਪ੍ਰੇਮੀਆਂ ਦੇ ਦਰਸ਼ਨ ਹੁੰਦੇ ਨੇ। ਕੋਈ 5 ਬਾਣੀਆਂ ਦਾ ਨਿਤਨੇਮ, ਕੋਈ 5 ਗ੍ਰੰਥੀ ਦਾ ਨਿਤਨੇਮ, ਕੋਈ 21 21 25 25 51 51 ਪਾਠ ਜਪਜੀ ਸਾਹਿਬ, ਕੋਈ 101 ਪਾਠ ਜਪਜੀ ਸਾਹਿਬ, ਕੋਈ ਇਸ ਤੋਂ ਵੀ ਬਹੁਤੇ। ਉਹਨਾਂ ਦੇ ਫਿਰ ਦੀਦਾਰ ਅਤੇ ਸੰਗਤ ਕਰਕੇ ਹਿਰਦੇ ਦੇ ਅੰਦਰ ਪਿਆਰ ਉਤਪੰਨ ਹੁੰਦਾ ਹੈ। ਇਸ ਪ੍ਰਕਾਰ ਸੰਤ ਸਹਾਈ ਪ੍ਰੇਮ ਕੇ ਹਿਰਦੇ ਦੇ ਅੰਦਰ ਪਿਆਰ ਉਤਪੰਨ ਕਰਨ ਵਾਸਤੇ ਸੰਤ ਜਨ ਸਹਾਇਤਾ ਕਰਦੇ ਨੇ। ਹਉ ਤਿਨਕੈ ਲਾਗਾ ਪਾਏ ਸਿੱਖੋ, ਹਉ ਹੰਗਤਾ ਨੂੰ ਤਿਆਗ ਕੇ, ਮਾਣ ਹੰਕਾਰ ਨੂੰ ਛੱਡ ਕਰਕੇ ਤਿੰਨਾਂ ਦੇ ਚਰਨੀ ਲੱਗਣਾ ਕਰੋ। ਹਿਰਦੇ ਦੇ ਅੰਦਰ ਪਿਆਰ ਉਤਪੰਨ ਹੋ ਜਾਵੇਗਾ। ਵੇਣ ਪ੍ਰਭ ਕਿਉ ਸੁਖ ਪਾਈਐ, ਦੂਜੀ ਨਾਹੀ ਜਾਏ। ਇਹ ਸੱਚੇ ਪਾਤਸ਼ਾਹ ਜੀ, ਨਾਮ ਜਪੇ ਤੋਂ ਬਿਨਾਂ ਕੋਈ ਹੋਰ ਸਾਧਨ ਨਹੀਂ ਜਿਸ ਦੇ ਨਾਲ ਆਤਮ ਸੁਖ ਨੂੰ ਪਾ ਲਈਏ, ਵਾਹਿਗੁਰੂ ਜੀ ਦੀ ਪ੍ਰਾਪਤੀ ਕਰ ਲਈਏ। ਨਾਮ ਜਪਣ ਦੇ ਮੁਕਾਬਲੇ ਦਾਨ ਕਰਨਾ ਵੀ ਸੌਖਾ ਹੈ। ਨਾਮ ਜਪਣ ਦੇ ਮੁਕਾਬਲੇ ਨੰਗੇ ਪੈਰੀ ਤੀਰਥਾਂ ਦੀ ਯਾਤਰਾ ਕਰਨੀ ਵੀ ਸੌਖੀ ਹੈ। ਹੋਰ ਸੰਜਮ ਇਤਿਆਦਿਕ ਸਾਧਨ ਵੀ ਔਖੇ ਨੇ। ਮਹਾਰਾਜ ਸਭ ਤੋਂ ਕਠਿਨ ਸਾਧਨ ਤੇ ਇਹੀ ਹੋਈ ਹੈ, ਆਖਣ ਔਖਾ ਸਾਚਾ ਨਾਉ। ਇਹ ਸੱਚਾ ਨਾਮ ਨਹੀਂ ਜਪਿਆ ਜਾਂਦਾ ਮਹਾਰਾਜ, ਬਾਕੀ ਕਾਰਜ ਤਾਂ ਹੋ ਹੀ ਜਾਂਦੇ ਨੇ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਗੁਰਸਿੱਖੋ ਨਾਮ ਜਪਣੇ ਦਾ ਕਾਰਜ ਜਿਤਨਾ ਕਠਿਨ ਹੈ, ਜਿਤਨਾ ਵੱਡਾ ਭਾਰੀ ਹੈ, ਇਸ ਦੇ ਦੁਆਰਾ ਬਖਸ਼ਿਸ਼ ਤੇ ਪ੍ਰਾਪਤੀ ਵੀ ਉਤਨੀ ਹੀ ਵੱਡੀ ਹੁੰਦੀ ਹੈ। ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲੈਣਾ ਕੋਈ ਬੱਚਿਆਂ ਦੀ ਖੇਡ ਥੋੜੀ ਹੈ, ਕੋਈ ਛੋਟੀ ਗੱਲ ਥੋੜੀ ਹੈ। ਜਿਹੜੇ ਮਰਜ਼ੀ ਸਾਧਨ ਦੇ ਨਾਲ ਵਾਹਿਗੁਰੂ ਜੀ ਮਿਲ ਜਾਣ। ਜੇ ਵੱਡੇ ਪ੍ਰਮਾਤਮਾ ਜੀ ਨੂੰ ਮਿਲਣਾ ਜੋ ਸਭਨਾਂ ਤੋਂ ਵੱਡਾ ਹੈ, ਤੇ ਫਿਰ ਸਾਧਨ ਵੀ ਵੱਡਾ ਹੀ ਅਪਣਾਉਣਾ ਪਵੇਗਾ। ਤੇ ਸਾਹਿਬ ਜੀ ਫਰਮਾਵਣਾ ਕਰਦੇ ਨੇ, ਵੇਣ ਪ੍ਰਭ ਕਿਉ ਸੁਖ ਪਾਈਐ। ਪਰਮਾਤਮਾ ਜੀ ਦੇ ਨਾਮ ਜਪੇ ਤੋਂ ਬਿਨਾ ਕਿਉਂ ਸੁਖ ਪਾਈਐ, ਆਤਮ ਸੁਖ ਨੂੰ ਕਿਵੇਂ ਪ੍ਰਾਪਤ ਕਰ ਸਕੀਦਾ, ਭਾਵ ਨਹੀਂ ਹੋਵੇਗਾ। ਦੂਜੀ ਨਾ ਹੀ ਜਾਏ, ਦੂਜੀ ਤੇ ਜਗ੍ਹਾ ਹੀ ਕੋਈ ਨਹੀਂ, ਦੂਜੀ ਤੇ ਥਾਂ ਹੀ ਕੋਈ ਨਹੀਂ, ਦੂਜਾ ਤੇ ਸਾਧਨ ਹੀ ਕੋਈ ਨਾ ਜਿੱਥੋਂ ਪਰਮਾਤਮਾ ਜੀ ਮਿਲ ਜਾਣ। ਪਿਆਰਿਓ, ਇਹ ਤਾਂ ਪ੍ਰੇਮ ਦੇ ਸਹਿਤ ਬੰਦਗੀ ਕਰੋਗੇ ਫੇਰ ਹੀ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲੇ ਹੋਵੋਗੇ। ਬਿਨਾਂ ਬੰਦਗੀ ਤੋਂ ਨਾ ਤੇ ਆਤਮ ਸੁਖ ਮਿਲਣਾ ਹੈ, ਨਾ ਵਾਹਿਗੁਰੂ ਜੀ ਦੀ ਪ੍ਰਾਪਤੀ ਹੋਣੀ ਹੈ। ਜਿਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆਘਾਏ। ਸੱਚੇ ਪਾਤਸ਼ਾਹ ਜੀ, ਨਾਮ ਜਪਣ ਦਾ ਯਤਨ ਵੀ ਕਰੀਏ ਤੇ ਜਿਹੜਾ ਮਨ ਹੈ ਭੱਜ ਭੱਜ ਕੇ ਪਦਾਰਥਾਂ ਵੱਲ, ਸੰਬੰਧੀਆਂ ਵੱਲ ਤੇ ਸੰਬੰਧੀਆਂ ਦੇ ਮੋਹ ਵੱਲ ਹੀ ਆਉਂਦਾ ਹੈ। ਮਹਾਰਾਜ ਭਾਵੇਂ ਮੁਖ ਚੋਂ ਬਾਣੀ ਪੜ੍ਹਦੇ ਹੋਈਏ, ਉਚਾਰਦੇ ਹੋਈਏ, ਹੱਥਾਂ ਦੇ ਅੰਦਰ ਗੁਟਕਾ ਸਾਹਿਬ ਪਕੜਿਆ ਹੋਵੇ, ਪਰ ਮਨ ਦੀ ਜਿਹੜੀ ਬਿਰਤੀ ਹੈ ਨਾ, ਇਹ ਦੌੜ ਦੌੜ ਕੇ ਪਦਾਰਥਾਂ ਵੱਲ ਨੂੰ ਹੀ ਆਉਂਦੀ ਹੈ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜਿਹੜੇ ਸੰਤ ਜਨ ਮਹਾਤਮਾ ਜਪਦੇ ਨੇ, ਕਿ ਉਹਨਾਂ ਦਾ ਮਨ ਨਹੀਂ ਦੁਨੀਆ ਵੱਲ ਤੇ ਪਦਾਰਥਾਂ ਵੱਲ ਆਉਂਦਾ, ਉਹਨਾਂ ਦਾ ਮਨ ਕਿਵੇਂ ਟਿਕ ਜਾਂਦਾ ਜੀ ਨਾਮ ਦੇ ਅੰਦਰ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ੁਭ ਉਪਦੇਸ਼ ਬਖਸ਼ਦੇ ਨੇ, ਜਿਨੀ ਚਾਖਿਆ ਪ੍ਰੇਮ ਰਸ। ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਪਣਾ ਕੀਤਾ ਹੈ ਸਹਿਤ ਪਿਆਰ ਦੇ, ਜਦੋਂ ਪ੍ਰੇਮ ਦੇ ਨਾਲ ਜਪਿਆ ਤੇ ਉਹਨਾਂ ਨੂੰ ਨਾਮ ਦੇ ਵਿੱਚੋਂ ਅੰਮ੍ਰਿਤ ਰਸ ਦੀ ਪ੍ਰਾਪਤੀ ਹੁੰਦੀ ਹੈ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ। ਤੇ ਪਿਆਰਿਓ, ਜਿਹੜਾ ਅੰਮ੍ਰਿਤ ਰਸ ਨਾਮ ਦਾ ਰਸ ਹੈ ਨਾ, ਸਾਰੇ ਰਸ ਇਸ ਦੇ ਸਾਹਮਣੇ ਫਿੱਕੇ ਨੇ, ਨਿਕੰਮੇ ਨੇ, ਨਿਗੁਣੇ ਨੇ, ਤੁਛ ਨੇ, ਛੋਟੇ ਨੇ, ਹੋਸ਼ੇ ਨੇ, ਥੋੜਾ ਸਮਾਂ ਰਹਿਣ ਵਾਲੇ ਨੇ, ਝੂਠੇ ਨੇ, ਕਿਉਂਕਿ ਨਾਲ ਨਹੀਂ ਨਿਭਦੇ। ਪਰ ਵਾਹਿਗੁਰੂ ਜੀ ਦਾ ਜਿਹੜਾ ਪ੍ਰੇਮ ਰਸ ਹੈ, ਇਹ ਤੇ ਮ੍ਰਿਤ ਮੌਤ ਰਹਿਤ ਕਰਨੇ ਵਾਲਾ ਏ। ਇਹ ਤੇ ਮੌਤ ਤੋਂ ਹੀ ਰਹਿਤ ਕਰ ਦਿੰਦਾ। ਅਤ ਸਵਾਦਲਾ ਹੈ, ਐਸਾ ਬ੍ਰਹਮਾਨੰਦ ਦੀ ਪ੍ਰਾਪਤੀ ਕਰਵਾਉਂਦਾ ਹੈ, ਜਿਸ ਦੇ ਅੱਗੇ ਦੁਨੀਆ ਦੇ ਰਸ ਕਸ ਮਾਇਨੇ ਨਹੀਂ ਰੱਖਦੇ। ਨਾ ਮਾਇਆ ਪ੍ਰਾਪਤੀ ਦਾ ਰਸ, ਨਾ ਭੋਗਾਂ ਦੇ ਰਸ, ਨਾ ਖਾਣ ਪੀਣ ਦੇ ਰਸ, ਸਾਰੇ ਰਸ ਫਿੱਕੇ ਨੇ। ਇਸ ਕਰਕੇ ਜਿਨ੍ਹਾਂ ਨੇ ਪ੍ਰੇਮ ਦੇ ਸਹਿਤ ਬੰਦਗੀ ਕਰਕੇ ਵਾਹਿਗੁਰੂ ਜੀ ਦੇ ਨਾਮ ਦੇ ਅੰਮ੍ਰਿਤ ਰਸ ਨੂੰ ਚੱਖ ਲਿਆ ਹੈ ਨਾ, ਸੇ ਉਹ ਪੁਰਖ ਤ੍ਰਿਪਤ ਰਹੇ। ਦੁਨੀਆ ਦੇ ਸਾਰੇ ਪਦਾਰਥਾਂ ਵੱਲੋਂ ਤ੍ਰਿਪਤੀ ਹੋ ਗਈ ਹੈ, ਰੱਜ ਗਏ ਹੈ। ਮਨ ਪਦਾਰਥਾਂ ਪਿੱਛੇ ਤਾਂ ਦੌੜਦਾ ਹੈ ਕਿਉਂਕਿ ਮਨ ਨੂੰ ਪਦਾਰਥਾਂ ਦੀ ਭੁੱਖ ਲੱਗੀ ਹੈ। ਬੜਾ ਭੁੱਖਾ ਹੈ ਇਹ ਮਨ।
ਜਿਵੇਂ ਹਜ਼ੂਰ ਫਰਮਾਉਂਦੇ ਨੇ ਨਾ, ਸੰਤ ਕਾ ਦੋਖੀ ਭੂਖਾ ਨਹੀਂ ਰਾਜੈ। ਸੰਤਾਂ ਦੇ ਨਾਲ ਦੁੱਖ ਨਾਲ ਨਿੰਦਿਆ ਕਰਨ ਵਾਲਾ ਸਦਾ ਮਨ ਕਰਕੇ ਭੁੱਖਾ ਹੀ ਰਹਿੰਦਾ ਹੈ। ਪੇਟ ਭਾਵੇਂ ਭਰਚੇ ਪਰ ਨੀਅਤ ਨਹੀਂ ਭਰਦੀ, ਮਨ ਨਹੀਂ ਭਰਦਾ, ਪਦਾਰਥਾਂ ਦੀ ਭੁੱਖ ਬੜੀ ਲੱਗਦੀ ਹੈ। ਪਰ ਜਿਹੜੇ ਵਾਹਿਗੁਰੂ ਜੀ ਦੀ ਬੰਦਗੀ ਵਾਲੇ ਨੇ, ਸਾਰੇ ਪਦਾਰਥਾਂ ਵੱਲੋਂ ਤ੍ਰਿਪਤ ਹੋ ਜਾਂਦੇ ਨੇ। ਤੇ ਮਹਾਰਾਜ ਜਿਹੜੀ ਸਵਰਗਾਂ ਦੀ ਚਾਹਤ ਆਉਂਦੀ ਹੈ ਜੀ, ਨਾਮ ਜਪੀਏ ਤੇ ਸਵਰਗਾਂ ਵਿੱਚ ਪਹੁੰਚ ਜਾਈਏ। ਹਜ਼ੂਰ ਫਰਮਾਉਂਦੇ ਆਗਾਏ ਉਹ ਤੇ ਬ੍ਰਹਮ ਲੋਕ ਦੇ ਰਾਜ ਤੱਕ ਨੂੰ ਵੀ ਕਿਸੇ ਪ੍ਰਕਾਰ ਕਬੂਲ ਨਹੀਂ ਕਰਦੇ। ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਐਸੀ ਪ੍ਰੀਤ ਹਿਰਦੇ ਨੂੰ ਪਿਆਰੀ ਲੱਗਦੀ ਹੈ ਵਾਹਿਗੁਰੂ ਜੀ ਦੀ। ਨਾ ਦੁਨੀਆ ਦੇ ਪਦਾਰਥਾਂ ਅਥਵਾ ਰਾਜ ਦੀ ਭੁੱਖ, ਨਾ ਬ੍ਰਹਮ ਲੋਕ ਤੱਕ ਦੇ ਪਦਾਰਥਾਂ ਦੀ ਭੁੱਖ। ਇਸ ਪ੍ਰਕਾਰ ਭਈ ਵਾਸਨਾ ਨਾਸ, ਨਾਮ ਨੂੰ ਜਪ ਕਰਕੇ ਸਾਰੀਆਂ ਵਾਸ਼ਨਾਵਾਂ ਨਾਸ ਹੋ ਗਈਆਂ ਨੇ। ਲੋਕ ਅਤੇ ਪਰਲੋਕ ਦੇ ਪਦਾਰਥਾਂ ਵੱਲੋਂ ਉਹ ਤ੍ਰਿਪਤ ਹੋ ਗਏ ਹਨ। ਆਪ ਤਿਆਗ ਬਿਨਤੀ ਕਰਹਿ, ਲੈਹੁ ਪ੍ਰਭੂ ਲੜ ਲਾਏ। ਸੱਚੇ ਪਾਤਸ਼ਾਹ ਉਹਨਾਂ ਨੇ ਸਾਧਨ ਕਿਹੜਾ ਕੀਤਾ ਹੈ ਜਿਸ ਦੇ ਨਾਲ ਉਹਨਾਂ ਨੂੰ ਨਾਮ ਦੇ ਵਿੱਚੋਂ ਅੰਮ੍ਰਿਤ ਰਸ ਪ੍ਰਾਪਤ ਹੋਇਆ ਹੈ। ਤੇ ਗਰੀਬ ਨਿਵਾਜ ਸਾਹਿਬ ਜੀ ਪਵਿੱਤਰ ਰਸਨਾ ਤੋਂ ਫਰਮਾਉਂਦੇ ਨੇ, ਆਪ ਤਿਆਗ ਬਿਨਤੀ ਕਰਹਿ। ਕਰਹਿ ਬਹੁ ਵਚਨ, ਬਹੁ ਗਿਣਤੀ ਦਾ ਵਾਚਕ ਹੈ। ਉਹ ਆਪਾ ਹਉਮੈ ਭਾਵ ਨੂੰ ਤਿਆਗ ਕਰਕੇ ਸਦਾ ਹੀ ਬੇਨਤੀਆਂ ਕਰਦੇ ਰਹਿੰਦੇ ਨੇ। ਲੇਹੋ ਪ੍ਰਭੂ ਲੜ ਲਾਏ। ਹੇ ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ, ਕਿਰਪਾ ਕਰਕੇ ਸਾਨੂੰ ਆਪਣੇ ਨਾਮ ਰੂਪੀ ਅਥਵਾ ਸ਼ਰਨ ਰੂਪੀ ਪੱਲੇ ਦੇ ਨਾਲ ਲਾ ਲੈਣਾ ਕਰੋ। ਗਰੀਬ ਨਿਵਾਜ ਸਾਡੇ ਵਾਸਤੇ ਕਰਤੱਵ ਕਰਨਾ ਕਿਹੜਾ ਸ਼ੁਭ ਹੈ। ਹਜ਼ੂਰ ਫਰਮਾਨ ਕਰਦੇ ਹਨ, ਇਸੇ ਹੀ ਪ੍ਰਕਾਰ ਆਪ ਤਿਆਗ ਬਿਨਤੀ ਕਰਹਿ, ਲੈਹੁ ਪ੍ਰਭੂ ਲੜ ਲਾਏ। ਹੇ ਪਿਆਰਿਓ ਗੁਰਸਿੱਖੋ, ਹਿਰਦੇ ਦੇ ਵਿੱਚੋਂ ਹਉਮੈ ਭਾਵ ਦਾ ਤਿਆਗ ਕਰਕੇ ਤੇ ਬਿਨਤੀ ਕਰਹਿ, ਸਦਾ ਹੀ ਬੇਨਤੀਆਂ ਕਰਦੇ ਰਹੋ। ਇਹ ਨਹੀਂ ਕਿ ਇੱਕ ਵਾਰ ਅਰਦਾਸ ਕਰ ਲਈ, ਇੱਕ ਵਾਰ ਬੇਨਤੀ ਕਰ ਲਈ ਤੇ ਹੋ ਗਿਆ ਕੰਮ। ਨਹੀਂ ਭਾਈ, ਕਰਹਿ, ਕਰਦੇ ਹੀ ਰਹੋ। ਅਰਦਾਸਾਂ ਬੇਨਤੀਆਂ ਕਦੇ ਵਿਸਰਣੀ ਨਾ, ਕਦੇ ਭੁੱਲੇ ਨਾ, ਸਦਾ ਬੇਨਤੀ ਕਰਦੇ ਰਹੋ। ਹੇ ਗੁਰੂ ਪਾਤਸ਼ਾਹ ਜੀ, ਨਾ ਭੁੱਲਿਓ ਤੇ ਨਾ ਭੁਲਾਇਓ। ਨਾ ਆਪ ਜੀ ਦੀ ਯਾਦ ਵਿਸਰੇ, ਨਾ ਆਪ ਜੀ ਦਾ ਨਾਮ ਵਿਸਰੇ, ਨਾ ਆਪ ਜੀ ਦੇ ਪਰ ਉਪਕਾਰ ਵਿਸਰਨ। ਸੱਚੇ ਪਾਤਸ਼ਾਹ ਅਸੀਂ ਤੇ ਅਲਪਾਗਾਂ ਭੁੱਲ ਜਾਂਦੇ ਆ, ਨਾ ਭੁਲਾਇਓ। ਪਰ ਜਦੋਂ ਤੁਸੀਂ ਸਾਨੂੰ ਯਾਦ ਰੱਖੋਗੇ ਤੇ ਫਿਰ ਕਿਰਪਾ ਦ੍ਰਿਸ਼ਟੀ ਬਣੀ ਰਹੇਗੀ। ਮਹਾਰਾਜ ਫਿਰ ਸਾਡਾ ਹਿਰਦਾ ਵੀ ਜੁੜ ਜਾਵੇਗਾ। ਇਸ ਪ੍ਰਕਾਰ ਹਉਮੈ ਭਾਵ ਦਾ ਤਿਆਗ ਕਰਕੇ ਸਦਾ ਬੇਨਤੀਆਂ ਕਰਦੇ ਰਹੋ। ਜੀ ਬੇਨਤੀ ਕੀ ਕਰਨੀ ਹੈ? ਲੇਹੋ ਪ੍ਰਭੂ ਲੜ ਲਾਏ। ਹੇ ਪ੍ਰਭੂ ਜੀ, ਪਰਮਾਤਮਾ ਜੀ, ਸ਼ੁੱਧ ਭੂਮਾ ਸਰੂਪ ਜੀਓ, ਸਾਨੂੰ ਆਪਣੇ ਸਤ ਸੰਗਤ ਰੂਪੀ ਲੜ ਦੇ ਨਾਲ, ਆਪਣੀ ਗੁਰਬਾਣੀ ਰੂਪੀ ਲੜ ਦੇ ਨਾਲ, ਨਾਮ ਚਰਨਾ ਰੂਪੀ ਲੜ ਦੇ ਨਾਲ ਸਦਾ ਹੀ ਲਗਾ ਕਰਕੇ ਰੱਖੋ ਜੀ। ਜੋ ਹਰ ਕੰਤ ਮਿਲਾਈਆ, ਸੇ ਵਿਛੁੜ ਕਤ ਹੈ ਨਾ ਜਾਏ। ਹੇ ਗਰੀਬ ਨਿਵਾਜ ਸਾਹਿਬ ਜੀ, ਦੁਨੀਆ ਦੇ ਅੰਦਰ ਬੇਅੰਤਾਂ ਨੂੰ ਮਿਲੇ ਤੇ ਬੇਅੰਤਾਂ ਦੇ ਨਾਲੋਂ ਵਿਛੋੜਾ ਹੋ ਗਿਆ। ਮਿਲਾਪ ਵੀ ਹੋ ਜਾਂਦਾ ਤੇ ਵਿਛੋੜਾ ਵੀ ਹੋ ਜਾਂਦਾ ਹੈ। ਵਿਛੋੜੇ ਤੋਂ ਉਪਰੰਤ ਮਿਲਾਪ ਤੇ ਮਿਲਾਪ ਤੋਂ ਉਪਰੰਤ ਵਿਛੋੜਾ ਸੁਭਾਵਕ ਹੈ। ਜੇ ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਜਾਵੇ, ਮਿਲਾਪ ਹੋ ਜਾਵੇ, ਫਿਰ ਵਾਹਿਗੁਰੂ ਜੀ ਦੇ ਨਾਲੋਂ ਵਿਛੋੜਾ ਤੇ ਨਹੀਂ ਹੁੰਦਾ ਨਾ ਜੀ। ਤੇ ਹਜ਼ੂਰ ਫਰਮਾਉਂਦੇ ਨੇ, ਜੋ ਹਰ ਕੰਤ ਮਿਲਾਈਆ, ਜਿਨ੍ਹਾਂ ਨੂੰ ਹਰੀ ਪ੍ਰਮਾਤਮਾ ਵਾਹਿਗੁਰੂ ਜੀ ਕੰਤ ਮਾਲਕ ਸਰੂਪ, ਸੁਆਮੀ ਸਰੂਪ, ਸਾਹਿਬ ਸਰੂਪ, ਖਸਮ ਸਰੂਪ ਜੀ ਨੇ ਆਪਣੇ ਸਵਰੂਪ ਰੂਪ ਦੇ ਨਾਲ ਮਿਲਾ ਲੈਣਾ ਕੀਤਾ ਹੈ ਨਾ, ਸੇ ਵਿਛੜ ਕਤਹਿ ਨਾ ਜਾਏ। ਫਿਰ ਉਹਨਾਂ ਦਾ ਕਦੇ ਵੀ ਵਿਛੋੜਾ ਨਹੀਂ ਪੈਂਦਾ ਵਾਹਿਗੁਰੂ ਜੀ ਦੇ ਨਾਲੋਂ। ਨਾਨਕ ਗੁਰਮੁਖ ਮਿਲ ਰਹੇ, ਫਿਰ ਵਿਛੋੜਾ ਕਦੇ ਨਾ ਹੋਏ। ਫਿਰ ਕਦੇ ਵੀ ਕਦਾਚਿਤ ਵੀ ਵਿਛੋੜਾ ਨਹੀਂ ਪੈਂਦਾ ਹੈ। ਐਸਾ ਹਰੀ ਪ੍ਰਮਾਤਮਾ ਵਾਹਿਗੁਰੂ ਜੀ ਦਾ ਮਿਲਾਪ ਹੈ ਜੋ ਸਦੀਵ ਕਾਲ ਦਾ, ਅਨੰਤ ਕਾਲ ਦਾ, ਆਤਮ ਸੁਖ ਨੂੰ ਬਖਸ਼ਣੇ ਵਾਲਾ ਤੇ ਵਾਹਿਗੁਰੂ ਜੀ ਦੀ ਅਭੇਦਤਾ ਦਾ ਬਿਨਾਂ ਵਿਛੋੜੇ ਤੋਂ ਮਿਲਾਪ ਹੈ। ਸਦੀਵ ਕਾਲ ਵਾਸਤੇ ਜੀਵ ਪ੍ਰਾਪਤ ਕਰਕੇ ਵਾਹਿਗੁਰੂ ਜੀ ਦੀ ਭੇਦਤਾ ਦੇ ਆਨੰਦ ਨੂੰ ਮਾਣਦਾ ਹੈ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸਰਣਾਏ। ਤੇ ਗਰੀਬ ਨਿਵਾਜ ਜੀ ਉਪਦੇਸ਼ ਰੂਪੀ ਸੁਭ ਸਿੱਖਿਆ ਦਿੰਦੇ ਨੇ, ਸਿੱਖੋ ਪ੍ਰਭੂ ਪਰਮਾਤਮਾ ਜੀ ਦੇ ਨਾਮ ਤੋਂ ਬਿਨਾਂ ਦੂਜਾ ਕੋਈ ਵੀ ਸਾਧਨ ਨਾ ਤੇ ਆਤਮ ਸੁਖ ਦਿੰਦਾ ਹੈ ਤੇ ਨਾ ਵਾਹਿਗੁਰੂ ਜੀ ਦਾ ਮਿਲਾਪ ਕਰਵਾ ਸਕਦਾ ਹੈ। ਨਾਨਕ ਹਰ ਸਰਣਾਏ। ਅਸੀਂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਰਣਾਏ ਸ਼ਰਨ ਵਿੱਚ ਆਏ ਆ। ਗੁਰਸਿੱਖੋ ਸਦਾ ਐਵੇਂ ਬੇਨਤੀਆਂ ਕਰਦੇ ਰਹੋ। ਗਰੀਬ ਨਿਵਾਜ ਫਿਰਤ ਫਿਰਤ ਪ੍ਰਭ ਆਇਆ, ਭਰਿਆ ਤਉ ਸਰਣਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸੱਚੇ ਪਾਤਸ਼ਾਹ ਪ੍ਰਭੂ ਪਰਮਾਤਮਾ ਜੀ ਦੇ ਸਰਗੁਣ ਸਰੂਪ ਗਰੀਬ ਨਿਵਾਜ ਸਤਿਗੁਰੂ ਜੀ
ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਆਏ ਆ, ਕਿਰਪਾ ਕਰਕੇ ਸ਼ਰਨ ਵਿੱਚ ਆਇਆਂ ਦੀ ਲੱਜਾ ਰੱਖ ਲਵੋ ਜੀ। ਅਸੂ ਸੁਖੀ ਵਸੰਦਿਆ ਜਿਨਾ ਮਇਆ ਹਰ ਰਾਏ। ਮਾਇਆ ਤੋਂ ਭਾਵ ਹੈ ਕਿਰਪਾ, ਕਿਰਪਾਲਤਾ, ਰਹਿਮਤ, ਦਇਆ, ਬਖਸ਼ਿਸ਼, ਅਨੁਕੰਪਾ, ਅਨੁਗ੍ਰਹੋ, ਸਾਰੇ ਨਾਮ ਕਿਰਪਾਲਤਾ ਦੇ ਹੀ ਨੇ। ਤੇ ਸਤਿਗੁਰੂ ਜੀ ਫਰਮਾਵਣਾ ਕਰਦੇ ਨੇ, ਅਸੂ ਸੁਖੀ ਵਸੰਦਿਆ ਭਾਈ। ਅਸੂ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਉਹ ਜੀਵ ਰੂਪ ਇਸਤਰੀਆਂ ਸੁਖੀ ਵਸੰਦਿਆ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਰੂਪ ਸੁਖ ਦੇ ਸਹਿਤ ਵਸਣਾ ਕਰਦੀਆਂ ਨੇ, ਜਿਨ੍ਹਾਂ ਮਾਇਆ ਹਰ ਰਾਏ, ਜਿਨ੍ਹਾਂ ਦੇ ਉੱਪਰ ਰਾਏ ਪ੍ਰਕਾਸ਼ ਸਰੂਪ, ਰਾਏ ਰਾਜਾ ਸਰੂਪ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੀ ਮਾਇਆ ਕਰ ਦਿੱਤੀ ਏ, ਆਪਣੀ ਦਇਆ ਕਰ ਦਿੱਤੀ ਏ। ਉਹਨਾਂ ਨੇ ਆਤਮ ਸੁਖ ਨੂੰ ਮਾਣਿਆ ਹੈ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲੇ ਹੋ ਕਰਕੇ। ਇਸੇ ਪ੍ਰਕਾਰ ਅਸੂ ਸੁਖੀ ਵਸੰਦਿਆ, ਅਸੂ ਦੇ ਮਹੀਨੇ ਦੀ ਨਿਆਈ ਇਹ ਮਨੁੱਖਾ ਜਨਮ ਹੈ ਤੇ ਸਾਰੇ ਜਨਮ ਸਾਰੀ ਜ਼ਿੰਦਗੀ ਦੇ ਵਿੱਚ ਸੁੱਖਾਂ ਦੇ ਸਹਿਤ ਵਸਦੇ ਨੇ, ਜਿਨ੍ਹਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਨੂੰ ਪ੍ਰਾਪਤ ਕਰ ਲਿਆ ਹੈ। ਇਸ ਕਰਕੇ ਵਾਹਿਗੁਰੂ ਜੀ ਤੋਂ ਸਦਾ ਨਦਰ ਮੰਗਣੀ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਪੂਰਾ ਗੁਰ ਅਖਿਓ ਜਾ ਕਾ ਮੰਤਰ, हे ਪੂਰੇ ਸਤਿਗੁਰੂ ਜੀ ਆਪ ਜੀ ਦਾ ਗੁਰ ਮੰਤਰ ਵੀ ਨਾਸ਼ ਤੋਂ ਰਹਿਤ ਹੈ ਤੇ ਆਪ ਜੀ ਦੀ ਦ੍ਰਿਸ਼ਟੀ ਦੇ ਅੰਦਰ ਐਸੀ ਮਾਇਆ ਹੈ, ਐਸੀ ਦਇਆ ਹੈ, ਅੰਮ੍ਰਿਤ ਦ੍ਰਿਸ਼ਟ ਪੇਖਾ ਹੋਏ ਸੰਤ। ਮਹਾਰਾਜ ਚੋਰ ਦੇ ਉੱਪਰ, ਡਾਕੂ ਦੇ ਉੱਪਰ, ਧਾੜਵੀ ਦੇ ਉੱਪਰ ਵੀ ਆਪ ਜੀ ਆਪਣੀ ਅੰਮ੍ਰਿਤ ਨਦਰ ਪਾ ਦੇਵੋ, ਦ੍ਰਿਸ਼ਟੀ ਪਾ ਦੇਵੋ ਨਾ, ਤੇ ਮਹਾਰਾਜ ਉਹ ਧਾੜਵੀ ਵੀ ਸੰਤ ਹੋ ਜਾਂਦਾ ਹੈ। ਭਾਈ ਕਮਲਿਆ ਜੀ ਕਦੇ ਲਖੂ ਧਾੜਵੀ ਸਨ, ਧਾੜੇ ਮਾਰਦੇ ਸਨ ਨਾ, ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਨਦਰ ਹੋ ਗਈ। 21 ਪਾਠ ਜਪਜੀ ਸਾਹਿਬ ਦੇ ਜਦ ਤੱਕ ਨਹੀਂ ਸਨ ਕਰਦੇ, ਸਵੇਰ ਦਾ ਪ੍ਰਸ਼ਾਦਾ ਨਹੀਂ ਸਨ ਛਕਦੇ। ਤੇ ਜਿਸ ਬੀਬੀ ਨੂੰ ਜਪਜੀ ਸਾਹਿਬ ਦਾ ਪਾਠ ਕੰਠ ਨਹੀਂ ਸੀ ਹੁੰਦਾ, ਉਸਦੇ ਹੱਥੋਂ ਪ੍ਰਸ਼ਾਦਾ ਨਹੀਂ ਸੀ ਛਕਦੇ। ਤੇ ਲਾਹੌਰ ਦੇ ਵਿੱਚ ਬੇਅੰਤ ਬੀਬੀਆਂ ਨੇ ਜਪਜੀ ਸਾਹਿਬ ਜੀ ਦਾ ਪਾਠ ਕੰਠ ਕਰ ਲਿਆ, ਰੋਜ਼ਾਨਾ ਨਿਤ ਨਿਮਣਾ ਹੋ ਗਈਆਂ ਕਿ ਗੁਰੂ ਕੇ ਸਿੱਖ ਨੂੰ ਪ੍ਰਸ਼ਾਦਾ ਛਕਾ ਕੇ ਸੇਵਾ ਕਰਾਂਗੇ। ਇਸ ਪ੍ਰਕਾਰ ਗਰੀਬ ਨਿਵਾਜ ਜੀ ਆਪ ਜੀ ਦੀ ਮਾਇਆ, ਆਪ ਜੀ ਦੀ ਦਇਆ, ਆਪ ਜੀ ਦੀ ਦ੍ਰਿਸ਼ਟੀ ਅੰਮ੍ਰਿਤ ਭਰਪੂਰ ਹੈ। ਕਿਰਪਾ ਕਰਕੇ ਅੰਮ੍ਰਿਤ ਦ੍ਰਿਸ਼ਟੀ ਸਾਡੇ ਤੇ ਵੀ ਪਾ ਕਰਕੇ ਨਾਨਕ ਨਦਰੀ ਨਦਰ ਨਿਹਾਲ ਕਰ ਦੇਵੋ ਜੀ। ਅੱਜ ਅਸੂ ਦੇ ਮਹੀਨੇ ਦੀ ਸੰਗਰਾਂਦ, ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਜੋ ਸੰਗਰਾਂਦ ਦੇ ਦਿਹਾੜੇ ਤੇ ਮਹੀਨੇ ਦਾ ਫਲਾਦੇਸ਼ ਬਖਸ਼ਣਾ ਕੀਤਾ ਹੈ, ਹਜ਼ੂਰ ਦੇ ਚਰਨਾਂ ਵਿਖੇ ਬੇਨਤੀ ਕਰਨਾ ਕਰੀਏ, ਸਾਹਿਬ ਜੀ ਕਿਰਪਾਲਤਾ ਕਰਕੇ ਐਸਾ ਪ੍ਰੇਮ ਸਾਡੇ ਹਿਰਦੇ ਦੇ ਵਿੱਚ ਵੀ ਵਸਾ ਦੇਵੋ, ਸਾਨੂੰ ਵੀ ਨਾਮ ਬਾਣੀ ਦੀ ਦਾਤ ਬਖਸ਼ੋ। ਅਸੀਂ ਵੀ ਸਤ ਸੰਗਤ ਸਾਧ ਸੰਗਤ ਦੀ ਸ਼ਰਨ ਵਿੱਚ ਪੈ ਕਰਕੇ ਆਪ ਜੀ ਦੇ ਮੁਬਾਰਕ ਨਾਮ ਨੂੰ ਉਚਾਰਦੇ ਰਹੀਏ। ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਆਪ ਜੀ ਦੀ ਦਇਆ ਸਾਡੇ ਤੇ ਸਵੱਲੀ ਹੋ ਜਾਵੇ, ਅਸੀਂ ਵੀ ਆਤਮ ਸੁਖ ਦੇ ਜਾਣਨੇ ਵਾਲੇ ਅਥਵਾ ਮੰਨਣੇ ਵਾਲੇ ਹੋ ਜਾਈਏ। ਜੋ ਸੰਗਰਾਂਦ ਦਾ ਦਿਹਾੜਾ ਅੱਜ ਪ੍ਰਾਰੰਭ ਹੋਇਆ ਹੈ, ਸਰਬਤ ਗੁਰੂ ਨਾਨਕ ਨਾਮ ਲੇਵਾ ਸੰਗਤਾਂ, ਸਰਬਤ ਮਾਈ ਭਾਈ, ਸਰਬਤ ਜਗਿਆਸੂ ਜਨ, ਸਰਬਤ ਸਿੱਖਾਂ, ਸਰਬਤ ਸੰਸਾਰ ਵਾਸਤੇ ਵਾਹਿਗੁਰੂ ਜੀ ਦੀ ਬੰਦਗੀ ਵਾਲਾ ਤੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲਾ ਹੋਵੇ। ਸਾਰੇ ਗੁਰੂ ਕੇ ਚਰਨਾਂ ਦੇ ਨਾਲ ਜੁੜ ਕਰਕੇ ਵਡਭਾਗੇ ਬਣੀਏ। ਹੁਣ ਜੋ ਗੁਰੂ ਗਰੀਬ ਨਿਵਾਜ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਰਾਹੀਂ ਜੋ ਅੰਮ੍ਰਿਤ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ, ਗੁਰਚਰਨਾਂ ਦੇ ਵਿਖੇ ਲੜੀਵਾਰ ਕਥਾ ਦੁਆਰੇ ਵੀ ਕੁਝ ਪਲਾਂ ਦੀਆਂ ਹਾਜ਼ਰੀਆਂ ਲਗਵਾਵਣਾ ਕਰੀਏ ਜੀ। ਗੌੜੀ ਮਹੱਲਾ ਪੰਜਵਾ। ਗੁਰਦੇਵ ਪਿਤਾ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ। ਰਾਮ ਰਸਾਇਣ ਜੋ ਜਨ ਗੀਧੇ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹੜੇ ਗੁਰਮੁਖ ਪਿਆਰੇ ਆਪ ਜੀ ਦੇ ਨਾਮ ਨੂੰ ਜਪਦੇ ਨੇ, ਬੰਦਗੀ ਕਰਦੇ ਨੇ, ਮਹਾਰਾਜ ਉਹਨਾਂ ਦਾ ਜਿਹੜਾ ਮਨ ਹੈ ਇਹ ਸਿਮਰਨ ਦੇ ਵਿੱਚ ਕਿਵੇਂ ਜੁੜ ਜਾਂਦਾ, ਕਿਵੇਂ ਗਿੱਜ ਜਾਂਦਾ ਹੈ। ਸਾਡਾ ਮਨ ਤੇ ਬੜਾ ਵਿਕਾਰੀ ਹੈ, ਸਿਮਰਨ ਦੇ ਵੱਲ ਆਉਂਦਾ ਹੀ ਨਹੀਂ। ਤੇ ਗਰੀਬ ਨਿਵਾਜ ਸਾਹਿਬ ਜੀ ਬਖਸ਼ਿਸ਼ ਭਰਿਆ ਪ੍ਰਵਚਨ ਫਰਮਾਉਂਦੇ ਨੇ, ਗੁਰਸਿੱਖੋ ਜੋ ਰਾਮ ਰਮੇ ਹੋਏ ਪਰਮਾਤਮਾ ਜੀ ਦਾ ਨਾਮ ਹੈ ਨਾ, ਇਹ ਰਸਾਇਣ ਹੈ, ਕਾਇਆ ਕਲਪ ਕਰ ਦਿੰਦਾ ਹੈ, ਬੁਰਿਆਂ ਨੂੰ ਭਲੇ ਕਰ ਦਿੰਦਾ ਹੈ, ਚੋਰਾਂ ਨੂੰ ਸਾਧ ਬਣਾ ਦਿੰਦਾ ਹੈ, ਠੱਗਾਂ ਨੂੰ ਸੱਜਣ ਬਣਾ ਦਿੰਦਾ ਹੈ। ਹਮ ਮੈਲੇ ਤੁਮ ਉਜਲ ਕਰਤੇ, ਮੈਲਿਆਂ ਨੂੰ ਉਜਲ ਕਰ ਦਿੰਦਾ ਹੈ, ਪਾਪੀਆਂ ਨੂੰ ਪਰਉਪਕਾਰੀ ਬਣਾ ਦਿੰਦਾ। ਇਸ ਪ੍ਰਕਾਰ ਕਾਇਆ ਹੀ ਕਲਪ ਕਰ ਦਿੰਦਾ ਹੈ। ਸਾਧ ਸੰਗਤ ਜੀ ਜਿਵੇਂ ਜੜੀਆਂ ਬੂਟੀਆਂ ਨੂੰ ਰਸਾਇਣ ਕਿਹਾ ਜਾਂਦਾ ਹੈ, ਕਾਇਆ ਕਲਪ ਕਰ ਦਿੰਦੀਆਂ ਨੇ, ਇਸੇ ਪ੍ਰਕਾਰ ਰਸਾਇਣ ਨਾਮ ਦਾ ਪਦਾਰਥ ਹੁੰਦਾ ਜਿਹੜਾ ਤਾਂਬੇ ਇਤਿਆਦਿ ਕਿਤੇ ਪਾਇਆ ਜਾਵੇ ਤੇ ਸੋਨਾ ਬਣਾ ਦਿੰਦਾ ਹੈ। ਹਜ਼ੂਰ ਫਰਮਾਉਂਦੇ ਨੇ ਜੋ ਪਰਮਾਤਮਾ ਜੀ ਦਾ ਨਾਮ ਐਸਾ ਰਸਾਇਣ ਹੈ, ਜੇ ਅਲਪੱਗ ਦੇ ਉੱਪਰ ਵੀ ਪੈ ਜਾਵੇ ਤੇ ਸਰਬੱਗ ਬਣ ਜਾਂਦਾ ਹੈ।
ਇਸੇ ਪ੍ਰਕਾਰ ਨਾਮ ਤੋਂ ਟੁੱਟੇ ਦੇ ਹਿਰਦੇ ਦੇ ਅੰਦਰ ਵੀ ਪ੍ਰਵੇਸ਼ ਕਰ ਜਾਵੇ। ਇਹ ਨਾਮ ਰਸਾਇਣ ਹਿਰਦਾ ਪ੍ਰੇਮਾ ਭਗਤੀ ਦੇ ਸਹਿਤ ਹੋ ਜਾਂਦਾ ਹੈ। ਇਸ ਵਾਹਿਗੁਰੂ ਜੀ ਦੀ ਬੰਦਗੀ ਰੂਪੀ ਰਸਾਇਣ ਨੂੰ, ਨਾਮ ਰੂਪੀ ਰਸਾਇਣ ਨੂੰ ਵਾਹਿਗੁਰੂ ਗੁਰਮੰਤਰ ਰੂਪ ਦੇ ਵਿੱਚ ਲੈ ਕਰਕੇ ਜਿਹੜੇ ਗੁਰਮੁਖ ਪਿਆਰੇ ਜਪਦੇ ਨੇ ਨਾ, ਜੋ ਜਨ ਗੀਧੇ, ਜਿਹੜੇ ਜਨ ਜਪਦੇ ਨੇ ਫਿਰ ਗੀਧੇ, ਉਹਨਾਂ ਦਾ ਜਿਹੜਾ ਮਨ ਗੀਧੇ ਗਿੱਝ ਜਾਂਦਾ ਹੈ ਨਾਮ ਜਪਣ ਦੇ ਵਿੱਚ। ਫਿਰ ਨਾਮ ਦਾ ਸਿਮਰਨ ਉਹਨਾਂ ਤੋਂ ਛੱਡਿਆ ਨਹੀਂ ਜਾਂਦਾ। ਪਲ ਪਲ, ਘੜੀ ਘੜੀ, ਨਿਮਖ ਨਿਮਖ, ਬਿੰਦ ਬਿੰਦ ਹਰ ਸਾਹ ਦੇ ਨਾਲ ਵਾਹਿਗੁਰੂ ਜੀ ਦੇ ਨਾਮ ਨੂੰ ਉਹ ਜਪਦੇ ਹਨ। ਹਿਰਦਾ ਇਕਾਗਰ ਹੀ ਵਾਹਿਗੁਰੂ ਜੀ ਦੇ ਨਾਮ ਵਿੱਚ ਹੋ ਜਾਂਦਾ ਹੈ, ਸਥਿਤੀ ਪ੍ਰਾਪਤ ਕਰ ਲੈਂਦਾ, ਟਿਕਾਓ ਪਾ ਲੈਂਦਾ ਹੈ। ਵਾਹਿਗੁਰੂ ਜੀ ਦੇ ਨਾਮ ਦਾ ਐਸਾ ਅਭਿਆਸੀ ਹੋ ਜਾਂਦਾ ਹੈ। ਚਰਨ ਕਮਲ ਪ੍ਰੇਮ ਭਗਤੀ ਬੀਧੇ। ਪ੍ਰੇਮਾ ਭਗਤੀ ਕਰਦਿਆਂ ਕਰਦਿਆਂ ਵਾਹਿਗੁਰੂ ਜੀ ਦੇ ਨਾਮ ਰੂਪੀ ਚਰਨਾਂ ਦੇ ਅੰਦਰ ਉਹਨਾਂ ਦਾ ਮਨ ਵਿੰਨਿਆ ਜਾਂਦਾ ਹੈ, ਟਿਕ ਜਾਂਦਾ ਹੈ। ਜਿਸ ਪ੍ਰਕਾਰ ਤੀਰ ਜਾ ਕਰਕੇ ਆਪਣੇ ਨਿਸ਼ਾਨੇ ਨੂੰ ਵਿੰਨ ਦਿੰਦਾ ਨਾ, ਤੇ ਜਿਹੜਾ ਨਿਸ਼ਾਨੇ ਵਾਲਾ ਪਦਾਰਥ ਉਹ ਤੀਰ ਦੇ ਵਿੱਚ ਹੀ ਪਰੋਇਆ ਜਾਂਦਾ ਹੈ। ਇਵੇਂ ਸਤਿਗੁਰੂ ਜੀ ਦੇ ਉਪਦੇਸ਼ ਦਾ ਤੀਰ ਜਦੋਂ ਹਿਰਦੇ ਦੇ ਅੰਦਰ ਵੱਜਦਾ ਹੈ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇ ਜੇ ਛੇਕ। ਸਤਿਗੁਰੂ ਜੀ ਦੇ ਉਪਦੇਸ਼ ਰੂਪੀ ਬਾਣ ਦਾ ਹਿਰਦੇ ਦੇ ਅੰਦਰ ਛੇਕ ਪੈ ਜਾਂਦਾ ਹੈ। ਹਿਰਦਾ ਅਥਵਾ ਮਨ ਸਤਿਗੁਰੂ ਜੀ ਦੇ ਉਪਦੇਸ਼ ਵਿੱਚ ਪਰੋਇਆ ਜਾਂਦਾ ਹੈ। ਇਸ ਪ੍ਰਕਾਰ ਹਿਰਦੇ ਦੇ ਵਿੱਚ ਸਤਿਗੁਰੂ ਜੀ ਦਾ ਉਪਦੇਸ਼ ਪ੍ਰਵੇਸ਼ ਕਰ ਜਾਂਦਾ ਹੈ, ਜਿਵੇਂ ਨਿਸ਼ਾਨੇ ਦੇ ਅੰਦਰ ਤੀਰ ਪ੍ਰਵੇਸ਼ ਕਰਦਾ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਫਿਰ ਜਦੋਂ ਸਤਿਗੁਰੂ ਜੀ ਦਾ ਉਪਦੇਸ਼ ਹਿਰਦੇ ਦੇ ਅੰਦਰ ਪ੍ਰਵੇਸ਼ ਕਰਦਾ ਹੈ, ਫਿਰ ਅਤਿਅੰਤ ਪਿਆਰਾ ਨਾਮ ਹੀ ਲੱਗਦਾ ਹੈ। ਦੁਨੀਆ ਦੇ ਹੋਰ ਪਦਾਰਥਾਂ ਦੇ ਵੱਲ ਤਿੰਨਾਂ ਗੁਰਮੁਖਾਂ ਦਾ ਮਨ ਨਹੀਂ ਆਉਂਦਾ ਹੈ, ਕਿਉਂਕਿ ਹਿਰਦਾ ਜਿਹੜਾ ਹੈ ਭਗਤੀ ਦੇ ਨਾਲ ਵਿੰਨਿਆ ਜਾਂਦਾ ਹੈ, ਮਿਲ ਜਾਂਦਾ ਹੈ। ਰਹਾਉ ਵਿਸਰਾਮ ਦੇ ਕਰਕੇ ਸਾਹਿਬ ਜੀ ਪ੍ਰਵਚਨ ਫਰਮਾਉਂਦੇ ਹਨ ਜੀ। ਆਨ ਰਸਾ ਦੀਸਹਿ ਸਭ ਛਾਰ। ਮਹਾਰਾਜ ਸੱਚੇ ਪਾਤਸ਼ਾਹ ਜੀ ਦੁਨੀਆ ਦੇ ਅੰਦਰ 36 ਪ੍ਰਕਾਰ ਦੇ ਭੋਜਨ ਨੇ, 6 ਰਸਾਂ ਵਾਲੇ ਨੇ। ਇਸੇ ਪ੍ਰਕਾਰ ਸਰੀਰ ਦੇ ਭੋਗਾਂ ਦੇ ਆਪਣੇ ਵੱਖਰੇ ਸੁਖ ਨੇ, ਪਰ ਕੀ ਉਹਨਾਂ ਨਾਮ ਰਸੀਆਂ ਦਾ ਜਿਹੜਾ ਮਨ ਹੈ ਮਾਇਆ ਸੁਖ ਵੱਲ, ਜੜ ਮਾਇਆ ਚੇਤਨ ਦੇ ਸੁਖ ਵੱਲ ਜਾਂ ਪਦਾਰਥਾਂ ਦੇ ਸੁਖ ਵੱਲ ਨਹੀਂ ਆਉਂਦਾ? ਕਿ ਇਹਨਾਂ ਦਾ ਰਸ ਉਹਨਾਂ ਨੂੰ, ਉਹਨਾਂ ਦੇ ਮਨ ਨੂੰ ਖਿੱਚ ਨਹੀਂ ਪਾਉਂਦਾ? ਤੇ ਸਾਹਿਬ ਜੀ ਫਰਮਾਨ ਕਰਨਾ ਕਰਦੇ ਨੇ, ਨਾਮ ਦਾ ਅਤਿਅੰਤ ਐਸਾ ਉਹਨਾਂ ਨੇ ਮਿੱਠਾ ਤੇ ਸਵਾਦਲਾ ਰਸ ਪ੍ਰਾਪਤ ਕੀਤਾ ਹੈ, ਆਨੰਦਦਾਇਕ ਰਸ ਪ੍ਰਾਪਤ ਕੀਤਾ ਹੈ। ਆਨ ਰਸਾ ਦੀਸਹਿ ਸਭ ਛਾਰ। ਛਾਰ ਦਾ ਭਾਵ ਹੈ ਸਵਾਹ। ਉਸ ਨਾਮ ਰਸ ਦੇ ਅੱਗੇ ਦੁਨੀਆ ਦੇ ਜਿੰਨੇ ਵੀ ਪਦਾਰਥਾਂ ਦੇ ਤੇ ਭੋਗਾਂ ਦੇ ਰਸ ਨੇ, ਇਹ ਸਵਾਹ ਵਰਗੇ ਨਿਕੰਮੇ ਲੱਗਦੇ ਨੇ। ਇਹ ਤੇ ਖਾਕ, ਇਹ ਤੇ ਸਵਾਹ ਵਰਗੇ ਪ੍ਰਤੀਤ ਹੁੰਦੇ ਨੇ। ਇਹਨਾਂ ਦੇ ਵਿੱਚ ਉਹਨਾਂ ਨੂੰ ਆਨੰਦ ਪ੍ਰਾਪਤ ਨਹੀਂ ਹੁੰਦਾ ਹੈ ਜੀ। ਨਾਮ ਬਿਨਾ ਨਹਿਫਲ ਸੰਸਾਰ। ਉਹਨਾਂ ਨੇ ਬ੍ਰਹਮ ਦ੍ਰਿਸ਼ਟੀ ਦੇ ਨਾਲ ਤੱਕਣਾ ਕੀਤਾ ਹੈ ਕਿ ਨਾਮ ਜਪੇ ਤੋਂ ਬਿਨਾ, ਪਾਰ ਬ੍ਰਹਮ ਪਰਮੇਸ਼ਰ ਜੀ ਦੀ ਬੰਦਗੀ ਤੋਂ ਬਿਨਾ, ਵਾਹਿਗੁਰੂ ਜੀ ਦੇ ਨਾਮ ਦੇ ਸਿਮਰਨ ਤੋਂ ਬਿਨਾ ਨਿਹਫਲ ਸੰਸਾਰ, ਸੰਸਾਰ ਤੇ ਜਨਮ ਲੈਣਾ ਹੀ ਨਿਸਫਲ ਹੈ। ਨਿਹਫਲ ਸੰਸਾਰ, ਸੰਸਾਰ ਦੇ ਸਾਰੇ ਪਦਾਰਥ ਵੀ ਨਿਸਫਲ ਨੇ। ਨਿਹਫਲ ਸੰਸਾਰ, ਜਿਹੜੇ ਅਨ ਰਸਾਂ ਹੋਰਨਾਂ ਰਸਾਂ ਵਿੱਚ ਲੱਗ ਗਏ ਨਾ, ਸੰਸਾਰ ਦੇ ਉਹਨਾਂ ਜੀਵਾਂ ਦਾ ਜਨਮ ਨਿਸਫਲ ਅਜਾਈ ਜਾ ਰਿਹਾ ਹੈ ਜਿਨ੍ਹਾਂ ਨੇ ਨਾਮ ਰਸ ਨੂੰ ਪ੍ਰਾਪਤ ਨਹੀਂ ਕੀਤਾ। ਇਸ ਕਰਕੇ ਜੀਵਨ ਦੀ ਸਫਲਤਾ ਵਾਸਤੇ ਨਾਮ ਰਸੀਏ ਹੋ ਗਏ ਹਨ। ਉਹ ਅੰਧਕੂਪ ਤੇ ਕਾਢੇ ਆਪ। ਮਹਾਰਾਜ ਸੱਚੇ ਪਾਤਸ਼ਾਹ ਜੀ ਸੰਸਾਰ ਦਾ ਜਿਹੜਾ ਮੋਹ ਹੈ, ਆਪ ਜੀ ਦੇ ਬਚਨਾਂ ਦੁਆਰਾ ਗਿਆਨ ਹੁੰਦਾ, ਇਹ ਅੰਨਾ ਖੂਹ ਹੈ। ਇੱਕ ਤਾਂ ਖੂਹ ਹੁੰਦਾ ਹੈ ਸਾਧ ਸੰਗਤ ਜੀ, ਥੜਾ ਬਣਿਆ, ਮੌਣ ਬੜੀ ਹੈ, ਪਤਾ ਲੱਗ ਜਾਂਦਾ ਵੇਖਣ ਤੋਂ ਅੱਗੇ ਖੂਹ ਹੈ, ਬੰਦਾ ਡਿੱਗਦਾ ਨਹੀਂ ਤੇ ਪਾਣੀ ਕੱਢਣਾ ਵੀ ਸੁਖਾਲਾ ਹੋ ਜਾਂਦਾ ਹੈ। ਇੱਕ ਜੰਗਲ ਦਾ ਖੂਹ ਹੁੰਦਾ ਹੈ, ਬੂਟੀ ਘਾਹ ਕੱਖ ਕਾਨ ਇੰਨਾ ਉਸ ਤੇ ਜੰਮ ਪੈਂਦਾ, ਉੱਗ ਜਾਂਦਾ, ਖੂਹ ਦਿਸਦਾ ਹੀ ਨਹੀਂ। ਤੇ ਜਦੋਂ ਖੂਹ ਨਹੀਂ ਦਿਸਦਾ, ਮਨੁੱਖ ਸੁਭਾਵਕ ਹੀ ਜਾ ਕੇ ਡਿੱਗ ਪੈਂਦਾ ਹੈ। ਸੱਚੇ ਪਾਤਸ਼ਾਹ ਮਾਇਆ ਦਾ ਜਿਹੜਾ ਮੋਹ ਅੰਨੇ ਖੂਹ ਵਰਗਾ ਹੈ, ਮਨੁੱਖ ਸੁਭਾਵਕ ਹੀ ਜਾ ਕੇ ਡਿੱਗ ਪੈਂਦਾ, ਨਜ਼ਰ ਹੀ ਨਹੀਂ ਆਉਂਦਾ, ਪਤਾ ਹੀ ਨਹੀਂ ਲੱਗਦਾ ਕਦੋਂ ਮਾਇਆ ਦੇ ਮੋਹ ਦੇ ਵਿੱਚ ਅਸੀਂ ਜਾ ਕੇ ਗਲਤਾਨ ਹੋ ਗਏ ਆ, ਖੂਹ ਵਿੱਚ ਡਿੱਗ ਗਏ ਆ। ਤੇ ਨਾਮ ਰਸੀਆਂ ਦਾ ਬਚਾਅ ਕਿਵੇਂ ਹੁੰਦਾ ਹੈ? ਗਰੀਬ ਨਿਵਾਜ ਸਾਹਿਬ ਜੀ ਫਰਮਾਵਣਾ ਕਰਦੇ ਨੇ, ਇਸ ਸੰਸਾਰ ਰੂਪੀ ਅੰਧਕੂਪ ਤੇ ਅੰਨੇ ਖੂਹ ਦੇ ਵਿੱਚੋਂ ਕੱਢੇ ਆਪ ਪ੍ਰਮਾਤਮਾ ਜੀ ਆਪਣੇ ਪਿਆਰਿਆਂ ਨੂੰ ਕਿਰਪਾ ਰੂਪੀ ਹੱਥ ਦੇ ਨਾਲ, ਬਿਰਤੀ ਰੂਪੀ ਤਿੰਨਾਂ ਦੀ ਬਾਹ ਪਕੜ ਕਰਕੇ ਕੱਢ ਲੈਂਦੇ ਨੇ। ਭਾਈ ਮੰਝ ਜੀ ਅੰਨੇ ਖੂਹ 'ਚ ਡਿੱਗੇ ਸਨ ਨਾ, ਤੇ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਆ ਕੇ ਕਿਰਪਾ ਕਰਕੇ ਕੱਢ ਲਿਆ ਸੀ। ਐਵੇਂ ਮੋਹ ਦੇ ਅੰਨੇ ਖੂਹ 'ਚੋਂ ਵੀ ਸਤਿਗੁਰੂ ਸਾਹਿਬ ਜੀ ਆਪ ਹੀ ਕਿਰਪਾ ਕਰਕੇ ਆਪਣੇ ਪਿਆਰਿਆਂ ਨੂੰ ਕੱਢਦੇ ਹਨ।
ਗੁਣ ਗੋਵਿੰਦ ਅਚਰਜ ਪ੍ਰਤਾਪ। ਇਹ ਗੋਬਿੰਦ ਜੀ ਦੇ ਪਰਮਾਤਮਾ ਜੀ ਦੇ ਗੁਣ ਗਾਇਨ ਕਰਨੇ ਦਾ ਅਚਰਜ ਪ੍ਰਤਾਪ ਹੈ ਜੋ ਵਾਹਿਗੁਰੂ ਜੀ ਆਪਣੇ ਪਿਆਰਿਆਂ ਦੀ ਲਾਜ ਰੱਖਦੇ ਨੇ। ਝੂਠੇ ਰਸਾਂ ਕਸਾਂ ਵਿੱਚ ਗਲਤਾਨ ਨਹੀਂ ਹੋਣ ਦਿੰਦੇ। ਵਣ ਤ੍ਰਿਣ ਤ੍ਰਿਪਵਨ ਪੂਰਨ ਗੋਪਾਲ। ਮਹਾਰਾਜ ਤਿੰਨਾਂ ਦੀ ਦ੍ਰਿਸ਼ਟੀ ਕੈਸੀ ਹੁੰਦੀ ਏ ਤੇ ਹਜ਼ੂਰ ਫਰਮਾਉਂਦੇ ਉਹਨੇ ਉਹਨਾਂ ਨੇ ਵਣ ਜੰਗਲਾਂ ਦੇ ਵਿੱਚ, ਤ੍ਰਿਣ ਕੱਖਾਂ ਦੇ ਵਿੱਚ, ਤ੍ਰਿਭਵਨ ਤਿੰਨਾਂ ਭਵਨਾਂ ਦੇ ਵਿੱਚ ਤੇ ਤਿੰਨਾਂ ਧਰਤ ਆਕਾਸ਼ ਪਤਾਲ ਤਿੰਨਾਂ ਭਵਨਾਂ ਦੇ ਜੀਵਾਂ ਦੇ ਅੰਦਰ ਪੂਰਨ ਗੋਪਾਲ ਤੇ ਇਸ ਗੋਪਾਲ ਸ੍ਰਿਸ਼ਟੀ ਪ੍ਰਤਪਾਲਕ ਨੂੰ ਹੀ ਦੇਖਣਾ ਕੀਤਾ ਹੈ। ਇਸੇ ਪ੍ਰਕਾਰ ਵਣ ਸਰੀਰ, ਤ੍ਰਿਣ ਇੰਦਰੇ ਤੇ ਤ੍ਰਿਭਵਨ ਸਰੀਰ ਦੀਆਂ ਤਿੰਨੇ ਅਵਸਥਾ ਇਸ ਦੇ ਵਿੱਚ ਪ੍ਰਮਾਤਮਾ ਜੀ ਨੇ ਵਸਾ ਕਰਕੇ ਰੱਖਿਆ ਹੈ। ਸੋ ਇਸੇ ਪ੍ਰਕਾਰ ਸਾਧ ਸੰਗਤ ਜੀ ਵਣ ਹੈ ਸੰਸਾਰ ਤੇ ਤ੍ਰਿਣ ਹਨ ਜੀਵ। ਤ੍ਰਿਭਵਨ ਤਿੰਨਾਂ ਭਵਨਾਂ ਦੇ ਅੰਦਰ ਤੇ ਸੰਸਾਰ ਦੇ ਜੀਵਾਂ ਦੇ ਅੰਦਰ ਵੀ ਵਾਹਿਗੁਰੂ ਜੀ ਨੂੰ ਹੀ ਵਸਦਿਆਂ ਉਹਨਾਂ ਨੇ ਤੱਕਣਾ ਕੀਤਾ ਹੈ, ਉਹਨਾਂ ਨੂੰ ਦ੍ਰਿਸ਼ਟੀ ਆਇਆ ਹੈ। ਬ੍ਰਹਮ ਪਸਾਰ ਜੀ ਸੰਗ ਦਇਆਲ। ਦੇਖਣਾ ਕਰਦੇ ਨੇ ਜਿਤਨਾ ਜਗਤਰ ਸੰਸਾਰ ਸਾਰਾ ਬ੍ਰਹਮ ਦਾ ਹੀ ਪਸਾਰਾ ਹੈ। ਸਾਰੇ ਜੀਵ ਵੀ ਬ੍ਰਹਮ ਦੇ ਪੈਦਾ ਕੀਤੇ ਹੋਏ ਨੇ। ਇਸੇ ਪ੍ਰਕਾਰ ਬ੍ਰਹਮ ਪਸਾਰਾ ਜਿਤਨੇ ਜੀਵ ਨੇ ਜੀਵਾਂ ਦੇ ਅੰਦਰ ਬ੍ਰਹਮ ਜੀ ਆਪ ਹੀ ਪਸਰੇ ਹੋਏ ਵਸ ਰਹੇ ਨੇ ਤੇ ਸਾਰਾ ਪਸਾਰਾ ਤੇ ਵਾਹਿਗੁਰੂ ਜੀ ਦਾ ਹੀ ਹੈ। ਜੀ ਸੰਗ ਦਇਆਲ, ਜੀਵਾਂ ਦੇ ਸੰਗ ਹਿਰਦੇ ਦੇ ਅੰਦਰ ਦਇਆਲੂ ਪ੍ਰਮਾਤਮਾ ਜੀ ਆਪ ਬੈਠੇ ਨੇ। ਜੀਵਾਂ ਦੇ ਸੰਗ ਉਹਨਾਂ ਦੇ ਅੰਗ ਸੰਗ ਹੋ ਕਰਕੇ ਦਇਆਲੂ ਜੀ ਦਇਆਲਤਾ ਕਰਕੇ ਰਖਵਾਲੀ ਵੀ ਆਪ ਜੀ ਹੀ ਕਰਦੇ ਨੇ। ਇਸ ਪ੍ਰਕਾਰ ਸਰਬਤ ਸੰਸਾਰ ਥਾਵਾਂ ਤੇ ਵਾਹਿਗੁਰੂ ਜੀ ਨੂੰ ਹੀ ਤੱਕਣਾ ਕਰਦੇ ਹਨ ਜੀ। ਕਹੋ ਨਾਨਕ ਸਾ ਕਥਨੀ ਸਾਰ। ਸੋ ਗਰੀਬ ਨਿਵਾਜ ਸਾਹਿਬ ਜੀ ਫਿਰ ਸਾਰ ਕਰਮ ਸ੍ਰੇਸ਼ਟ ਕਿਹੜਾ ਹੈ ਜੋ ਕਰਨਾ ਕਰੀਏ ਤੇ ਹਜ਼ੂਰ ਗੁਰੂ ਅਰਜਨ ਦੇਵ ਸਾਹਿਬ ਜੀ ਕਹੋ ਕਹਿਣਾ ਕਰਦੇ ਹਨ ਸਾ ਕਥਨੀ ਸਾਰ। ਉਹੀ ਕਥਨੀ ਸਾਰ ਸ੍ਰੇਸ਼ਟ ਹੈ, ਸਫਲੀ ਹੈ। ਮਾਨ ਲੇਤ ਜਿਸ ਸਿਰਜਣਹਾਰ। ਜਿਸ ਕਥਨੀ ਨੂੰ ਸਿਰਜਣਹਾਰ ਪ੍ਰਮਾਤਮਾ ਜੀ ਮੰਨ ਲੈਂਦੇ ਨੇ ਸੱਚੀ ਕਰਕੇ, ਉਹ ਕਥਨੀ ਕਿਹੜੀ ਹੈ? ਨਾਮ ਦਾ ਕਥਨ ਕਰਨਾ, ਨਾਮ ਦਾ ਵਿਖਿਆਨ ਕਰਨਾ, ਵਾਹਿਗੁਰੂ ਜੀ ਦਾ ਜਸ ਉਚਾਰਨ ਕਰਨਾ, ਇਹੋ ਹੀ ਸ੍ਰੇਸ਼ਟ ਕਥਨੀ ਹੈ। ਇਸੇ ਪ੍ਰਕਾਰ ਜੋ ਵਾਹਿਗੁਰੂ ਜੀ ਦੀ ਬੰਦਗੀ ਕਰਦੇ ਨੇ ਉਹਨਾਂ ਦੀ ਕਥਨੀ ਸ੍ਰੇਸ਼ਟ ਹੁੰਦੀ ਹੈ। ਜੋ ਵੀ ਮੁਖ ਦੇ ਵਿੱਚੋਂ ਬਚਨ ਫਰਮਾਉਂਦੇ ਨੇ ਸ੍ਰੇਸ਼ਟ ਹੀ ਫਰਮਾਵਣਾ ਕਰਦੇ ਨੇ ਤੇ ਸਾਹਿਬ ਜੀ ਫਰਮਾਵਣਾ ਕਰਦੇ ਨੇ ਉਹਨਾਂ ਦਾ ਕਥਨ ਕੀਤਾ ਵੀ ਸਫਲ ਹੈ ਕਿਉਂਕਿ ਸਿਰਜਣਹਾਰ ਉਹਨਾਂ ਦੀ ਕਥਨੀ ਨੂੰ ਮੰਨ ਲੈਂਦਾ ਹੈ। ਜੋ ਵੀ ਭਗਤ ਮੁਖੈ ਤੇ ਬੋਲਦੇ ਸੋ ਬਚਨ ਹੋਵੰਦੇ। ਜੋ ਮੁਖ ਆਪਣੀ ਮੁਖ ਦੇ ਵਿੱਚੋਂ ਜ਼ੁਬਾਨ ਦੇ ਵਿੱਚੋਂ ਕਰਨੀ ਕਥਨੀ ਫਰਮਾ ਦਿੰਦੇ ਬਚਨ ਕਰ ਦਿੰਦੇ ਨੇ ਨਾ, ਉਹ ਬਚਨ ਵੀ ਵਰ ਸਰਾਪ ਬਣ ਕੇ ਪੂਰਾ ਹੋ ਜਾਂਦਾ ਹੈ। ਕਰਮਖੰਡ ਕੀ ਬਾਣੀ ਜੋਰ। ਇਹ ਕਰਮਖੰਡ ਬਖਸ਼ਿਸ਼ ਦਾ ਖੰਡ ਐਸਾ ਬਾਣੀ 'ਚ ਇੰਨਾ ਜ਼ੋਰ ਆ ਜਾਂਦਾ ਹੈ ਜੋ ਮੁਖ ਚੋਂ ਬੋਲ ਦਿੱਤਾ ਨਿਸਫਲ ਜਾਂਦਾ ਹੀ ਨਹੀਂ, ਉਹ ਸੱਤ ਹੋ ਜਾਂਦਾ, ਪੂਰਾ ਹੋ ਜਾਂਦਾ ਹੈ। ਐਸੇ ਨਾਮ ਰਸੀਆਂ ਦੀ ਕਥਨੀ ਵੀ ਸਾਰ ਹੈ। ਜੋ ਸ੍ਰੇਸ਼ਟ ਮੁਖ ਦੇ ਵਿੱਚੋਂ ਬਚਨ ਫਰਮਾ ਦਿੰਦੇ ਉਹ ਬਚਨ ਵੀ ਪ੍ਰਵਾਨ ਹੈ ਕਿਉਂਕਿ ਉਹਨਾਂ ਦਾ ਫਰਮਾਇਆ ਹੋਇਆ ਬਚਨ ਸਿਰਜਣਹਾਰ ਪ੍ਰਮਾਤਮਾ ਜੀ ਵੀ ਮੰਨ ਲੈਂਦੇ ਨੇ। ਜੇ ਕਿਸੇ ਨੂੰ ਬਚਨ ਕੀਤਾ ਤੈਨੂੰ ਭਾਗ ਲੱਗ ਜਾਣ, ਕਰਤਾਰ ਜੀ ਬਚਨ ਮੰਨਦੇ ਉਹਨੂੰ ਭਾਗ ਹੀ ਲਾ ਦਿੰਦੇ ਨੇ। ਜੇ ਬਚਨ ਕਰ ਦਿੱਤਾ ਤੇਰੀ ਗਰੀਬੀ ਹਟ ਜਾਵੇ, ਕਰਤਾਰ ਜੀ ਭਾਗ ਲਾ ਦਿੰਦੇ ਨੇ, ਗਰੀਬੀ ਹਟ ਜਾਂਦੀ ਹੈ। ਜੇ ਬਚਨ ਕਰ ਦਿੱਤਾ ਤੈਨੂੰ ਨਾਮ ਚਿਤ ਆਵੇ, ਕਰਤਾਰ ਜੀ ਸਿਰਜਣਹਾਰ ਜੀ ਬਖਸ਼ਿਸ਼ ਕਰ ਦਿੰਦੇ ਨੇ। ਉਸ ਪ੍ਰਾਣੀ ਦਾ ਫਿਰ ਮਨ ਨਾਮ ਦੇ ਨਾਲ ਲੱਗ ਜਾਂਦਾ ਹੈ, ਫਿਰ ਚਿੱਤ ਨਾਮ ਦਾ ਚਿੰਤਨ ਕਰਨੇ ਤੋਂ ਕਦੇ ਹਟਦਾ ਹੀ ਨਹੀਂ। ਉਹਨਾਂ ਦੀ ਕਥਨੀ ਕੀਤੀ ਵੀ ਸਫਲੀ ਹੈ ਕਿਉਂਕਿ ਉਹਨਾਂ ਦੀ ਕਥਨੀ ਨੂੰ ਸਿਰਜਣਹਾਰ ਪਰਮਾਤਮਾ ਜੀ ਮੰਨ ਲੈਂਦੇ ਨੇ। ਇਸ ਪ੍ਰਕਾਰ ਗਰੀਬ ਨਿਵਾਜ ਧੀਰਜ ਧਾਰੀ ਪਰ ਉਪਕਾਰੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਪ੍ਰਵਚਨਾਂ ਦੁਆਰਾ ਪ੍ਰੇਮਾ ਭਗਤੀ ਦਾ ਉਪਦੇਸ਼ ਦੇਵਣਾ ਕੀਤਾ ਹੈ। ਸੂਖਸ਼ਮ ਜਿਹੇ ਸਮੇਂ ਦੇ ਅੰਦਰ ਬੜੇ ਥੋੜੇ ਜਿਹੇ ਬਚਨਾਂ ਦੇ ਨਾਲ ਗਰੀਬ ਨਿਵਾਜ ਸਾਹਿਬ ਜੀ ਦੇ ਪਾਵਨ ਉਪਦੇਸ਼ ਦੇ ਆਖਰੀ ਅਰਥ ਹੀ ਆਪ ਸੰਗਤਾਂ ਦੇ ਸਾਹਮਣੇ ਪ੍ਰਗਟ ਕਰੇ ਨੇ, ਸਮਕਸ਼ ਪ੍ਰਸਤੁਤ ਕਰੇ ਨੇ। ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਮਹਾਰਾਜ ਤਖਤ ਸਾਹਿਬ ਜੀ ਤੇ ਸ਼ੋਭਨੀਕ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਸੁਭਾਇਮਾਨ, ਸਾਧ ਸੰਗਤ ਗੁਰੂ ਗੋਦੀ ਦੇ ਅੰਦਰ ਬਿਰਾਜਮਾਨ। ਸਤਿਗੁਰੂ ਜੀ ਤੇ ਗੁਰੂ ਕੀ ਸੰਗਤ ਜੀ ਕਿਰਪਾਲਤਾ ਕਰਕੇ ਭੁੱਲਾ ਚੁੱਕਾਂ ਦੀ ਖਿਮਾ, ਅੱਗੇ ਵਾਸਤੇ ਸੁਮਤ ਬਖਸ਼ਣੀ। ਗਰੀਬ ਨਿਵਾਜ ਸਤਿਗੁਰਾਂ ਦੇ ਉਪਦੇਸ਼ਾਂ ਨੂੰ ਹਿਰਦੇ ਵਿੱਚ ਵਸਾ ਲੈਣਾ, ਜਿਸ ਦੇ ਨਾਲ ਸਾਡਾ ਪੜ੍ਹਿਆ ਸੁਣਿਆ ਕਥਨ ਕੀਤਾ ਸਫਲਾ ਹੋਏ ਥਾਂ ਪੈ ਜਾਵੇ। ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਵਿਖੇ ਅਰਦਾਸ। ਗਰੀਬ ਨਿਵਾਜ ਸਾਹਿਬ ਜੀ ਜੋ ਅੱਸੂ ਦੇ ਮਹੀਨੇ ਦੀ ਅੱਜ ਪ੍ਰਾਰੰਭਤਾ ਹੋਈ ਹੈ, ਇਹ ਸਾਰਾ ਮਹੀਨਾ ਸਾਰੇ ਦਿਨ ਰਾਤ ਇਤਿਆਦਿਕ ਆਪ ਜੀ ਦੀ ਬੰਦਗੀ ਕਰਦੇ ਆਂ, ਆਪ ਜੀ ਦੇ ਭਾਣੇ ਦੇ ਅੰਦਰ ਬਤੀਤ ਹੋਣ।
ਸਾਹਿਬ ਜੀ ਕਿਰਪਾਲਤਾ ਕਰਕੇ ਸਭਨਾਂ ਨੂੰ ਪ੍ਰੇਮ ਰਸ ਨਾਮ ਰਸ ਬੰਦਗੀ ਬਖਸ਼ ਕਰਕੇ ਕਿਰਤਾਰਥ ਕਰਨ ਜੀ। ਸ਼ਬਦ ਦੀਆਂ ਅਖੀਰਲੀਆਂ 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਕਹੋ ਨਾਨਕ ਸਾ ਕਥਨੀ ਸਾਰ, ਮਾਨ ਲੇਤ ਜਿਸ ਸਿਰਜਣਹਾਰ। ਵਾਹਿਗੁਰੂ ਜੀ ਕਾ ਖਾਲਸਾ